ਹਾਲਾਤ ਨੇ ਉਹਨਾਂ ਹਾਲਾਤਾਂ ਦੇ ਮੁਤਾਬਿਕ ਇੱਕ ਤਾਂ ਲੇਬਰ ਪ੍ਰੋਬਲਮ ਹੋ ਰਹੀ ਹੈ ਆਪਾਂ ਨੂੰ ਸਾਰਿਆਂ ਨੂੰ। ਬਿਲਕੁਲ ਬਿਲकुल जी। ਅਸੀਂ ਇੱਕ ਜਿਹੜੀ ਮੇਨ ਗੱਲ ਹੈ ਲੇਬਰ ਪ੍ਰੋਬਲਮ ਤਾਂ ਹੋ ਹੀ ਰਹੀ ਹੈ, ਉਹਦੇ ਨਾਲ ਕੀ ਹੋ ਗਿਆ, ਉਹਨੂੰ ਲੇਬਰ ਜਿਹੜੀ ਲੋਕਲ ਲੇਬਰ ਹੈ ਉਹ ਸਾਨੂੰ ਐਕਸਪਲੋਇਟ ਕਰਨਾ ਸ਼ੁਰੂ ਕਰਤਾ ਉਹਨੇ। ਠੀਕ ਹੈ, ਉਹਨੂੰ ਹੁਣ ਆਪਾਂ ਕਿੱਦਾਂ ਟੈਕਲ ਕਰਨਾ ਹੈ, ਇੱਕ ਗੱਲ। ਦੂਜੀ ਗੱਲ ਹੈਗੀ ਹੈ ਉਹਦੇ ਉਸ ਐਕਸਪਲੋਇਟੇਸ਼ਨ ਦੇ ਵਿੱਚ ਜਿਹੜਾ ਮੇਨ ਮੁੱਦਾ ਸਭ ਤੋਂ ਪਹਿਲਾਂ ਹੈਗਾ ਉਹ ਹੈਗਾ ਆਪਣੀ ਅਪ੍ਰੈਲ ਦੀ ਸੈਲਰੀ। ਅੱਛਾ, ਇਹ ਜਿਹੜੀ MIA ਦਾ ਜਿਹੜਾ MIA ਦਾ ਉਹ ਹੈਗਾ ਨਿਊਜ਼ ਹੈ, ਉਹ ਕਿਆ ਠੀਕ ਹੈਗੀ ਜੀ? ਬਿਲਕੁਲ ਸਰ ਉਹ ਬਿਲਕੁਲ ਠੀਕ ਨਿਊਜ਼ ਹੈਗੀ ਹੈ। ਉਹਨਾਂ ਨੇ ਪਤਾ ਨਹੀਂ ਕਿਹਨੂੰ ਪੁੱਛ ਕੇ ਕੋਈ, ਮੈਂ ਤਾਂ ਉਹਨਾਂ ਨੂੰ ਬੜਾ ਠੋਕ ਕੇ ਦਿੱਤਾ ਵੀ ਸਾਨੂੰ ਤੁਸੀਂ ਪੁੱਛਿਆ ਤੱਕ ਨਹੀਂ ਤੇ ਅਖਬਾਰ 'ਚ ਕਿੱਦਾਂ ਦੇਤਾ ਵੀ ਤੁਸੀਂ ਸੈਲਰੀਆਂ ਦਿਓ, ਜੇ ਅਸੀਂ ਸੈਲਰੀਆਂ ਦੇਵਾਂਗੇ। ਤੇ ਉਹ ਇਹਨੇ ਉਹਨਾਂ ਨੇ ਉਹ ਜਿਹੜਾ ਗਰੁੱਪ ਹੈਗਾ ਤਾਂ ਕਿ ਇਸ ਤੇ ਕੋਈ ਹੋਰ ਕੋਈ ਕਮੈਂਟ ਨਾ ਕਰ ਪਾਵੇ, ਉਹਨਾਂ ਨੇ ਗਰੁੱਪ ਨੂੰ ਐਡਮਿਨ ਨੂੰ ਓਰੀਐਂਟਡ ਕਰਤਾ। ਅੱਛਾ, ਤੇ ਉਹ ਮੈਂ ਗਰੁੱਪ 'ਚ ਪਾਇਆ ਵੀ ਸੀਗਾ ਵੀ ਆਹ ਹੈਗਾ ਇਹਨਾਂ ਨੇ ਕੀਤਾ। ਲੇਕਿਨ ਇਸ਼ੂ ਕੀ ਹੈਗਾ ਕਿ ਖਬਰਾਂ ਤਾਂ ਸਾਰਿਆਂ ਤੱਕ ਪਹੁੰਚ ਹੀ ਜਾਂਦੀਆਂ, ਚਾਹੇ ਉਹ ਵਰਕਰ ਹੈ ਜਾਂ ਉਹ ਇੰਡਸਟਰੀਸਟ ਹੈ। ਹੁਣ ਜੇ ਅਖਬਾਰ ਦੇ ਵਿੱਚ ਖਬਰ ਹੈ ਅੱਜ ਨਹੀਂ ਤਾਂ ਕੱਲ ਵਰਕਰਾਂ ਤੱਕ ਤਾਂ ਇਹ ਪਹੁੰਚ ਹੀ ਜਾਣੀ ਹੈ। ਚਲੋ ਇਸ ਤਰ੍ਹਾਂ ਕਰੋ ਜੀ, ਤੂੰ ਸਟਾਰਟ ਵਿਦ ਕੱਲ ਆਪਣੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਬਾਰੇ ਤੁਸੀਂ ਦੱਸ ਦਿਓ। ਹਾਂ ਤੇ ਸਰ ਏਦਾਂ ਹੈਗਾ ਕਿ ਹੁਣ ਉੱਥੇ ਪਹੁੰਚ ਰਿਹਾ ਮੈਂ ਵੀ ਇੱਕ ਪਾਸੇ ਤਾਂ ਇੰਡਸਟਰੀ ਐਸੋਸੀਏਸ਼ਨ ਆ ਕਰਨੀਆਂ ਨੇ ਤੇ ਦੂਜੇ ਪਾਸੇ ਅਸੀਂ ਕੱਲ ਮੈਂ ਤੇ ਸਰਜੀਤ ਸਿੰਘ ਜੀ ਗਏ ਸੀਗੇ ਆਪਣੇ ਡੀਸੀ ਸਾਹਿਬ ਨੂੰ ਮਿਲਣ। ਉਹਨਾਂ ਨੂੰ ਅਸੀਂ ਦੱਸਿਆ ਕਿ ਸਰ ਅਸੀਂ ਬੜੀ ਵੱਡੀ ਪ੍ਰੋਬਲਮ ਫੇਸ ਕਰ ਰਹੇ ਹਾਂ, ਸਾਨੂੰ ਵਰਕਰ ਐਕਸਪਲੋਇਟ ਕਰ ਰਹੇ ਨੇ ਵੀ ਹਾਂਜੀ ਫਲਾਣਾ ਬੰਦਾ ਦੇ ਰਿਹਾ ਹੈਗਾ ਸੈਲਰੀ, ਤੁਸੀਂ ਦੇ ਨਹੀਂ ਰਹੇ ਤੇ ਅਸੀਂ ਵੀ ਤੁਹਾਡੇ ਕੰਮ ਕਰਨਾ ਜੇ ਤੁਸੀਂ ਦਓਗੇ। ਤੇ ਕਹਿੰਦਾ ਯੂ ਆਰ ਐਬਸੋਲੂਟਲੀ ਰਾਈਟ, ਤੁਸੀਂ ਠੀਕ ਕਹਿ ਰਹੇ ਹੋ, ਮੈਂ ਪਹਿਲਾਂ ਹੀ ਇਹ ਖਦਸ਼ਾ ਸੀਗਾ ਮੈਨੂੰ। ਔਰ ਕਹਿੰਦੇ ਕਿ ਮੈਨੂੰ ਸਗੋਂ ਮੈਂ ਤੁਹਾਡੇ ਹੱਕ ਦੇ ਵਿੱਚ ਆਲਰੇਡੀ ਕੰਮ ਕਰ ਰਿਹਾ ਵੀ ਮੈਨੂੰ ਸਰਕਾਰ ਵੱਲੋਂ ਕਿਹਾ ਗਿਆ ਕਿ ਤੁਸੀਂ ਇੱਕ ਗੱਡੀ 'ਚ 3 ਗੱਡੀਆਂ ਭੇਜੋ ਡੇਲੀ। ਔਰ ਮੈਂ ਕਹਿੰਦਾ ਇਸੇ ਚੱਕਰ ਦੇ ਵਿੱਚ ਸਿਰਫ ਇੱਕ ਗੱਡੀ ਭੇਜ ਰਿਹਾ ਹੈਗਾ ਮਾਈਗ੍ਰੈਂਟ ਲੇਬਰਸ ਦੀ। ਤੇ ਕਹਿੰਦੇ ਵੀ ਮੈਂ ਇਹ ਗੱਲ ਨੂੰ ਸਮਝਦਾ ਬਟ ਹੁਣ ਕੀ ਕੀਤਾ ਜਾ ਸਕਦਾ ਇਸ ਬਾਰੇ। ਔਰ ਦੂਜਾ ਉਹਨਾਂ ਨੇ ਇਹ ਕਿਹਾ ਕਿ ਮੈਂ ਤੁਹਾਡੀ ਇਹ ਜਿਹੜੀ ਹੈਗੀ ਹੈ ਤੁਸੀਂ ਮੈਨੂੰ ਲਿਖ ਕੇ ਭੇਜ ਦਿਓ ਤੇ ਮੈਂ ਦੇਖਦਾ ਇਸ ਨੂੰ ਉੱਪਰ ਭਿਜਵਾ ਦਿੰਦਾ ਕਿ ਜੇ ਹੋ ਸਕਿਆ ਕੋਈ ਹੱਲ ਤੱਕ ਕਰਵਾਉਂਦੇ ਆ। ਪਰ ਹੁਣ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਇਹ ਜਿਹੜੀ ਗੱਲ ਹੈ ਸਰਕਾਰਾਂ ਨੇ ਤਾਂ ਆਪਣੇ ਕੰਮ ਕਰਤੇ, ਸਰਕਾਰਾਂ ਕੀ ਕਰਨਗੀਆਂ, ਐਡਮਿਨਿਸਟ੍ਰੇਸ਼ਨ ਕੀ ਕਰੇਗਾ ਇਸ ਮਾਮਲੇ ਵਿੱਚ। ਇਹਦੇ ਵਿੱਚ ਜੇ ਆਪਾਂ ਇਕੱਠੇ ਹੋਵਾਂਗੇ ਤਾਂ ਹੀ ਕੁਝ ਕਰ ਸਕਦੇ ਆ, ਸਾਰੇ ਜਣੇ ਆਪਾਂ ਮਿਲ ਕੇ ਕੋਈ ਫੈਸਲਾ ਲਈਏ ਜਿਹੜਾ ਕਿ ਆਪਣੀ ਇੰਡਸਟਰੀਸਟ ਨੂੰ ਇਕੱਠਿਆਂ ਇੱਕ ਸਾਰੇ ਉਹ ਇੰਪਲੀਮੈਂਟ ਕਰਨ। ਔਰ ਇਹ ਨਾ ਹੋਵੇ ਕਿ ਮਤਲਬ ਇੱਕ ਦੂਜੇ ਦੀ ਵਰਕਰਾਂ ਦੀ ਖਿੱਚੋਤਾਣ ਦੇ ਵਿੱਚ ਅਸੀਂ ਕੋਈ ਗੜਬੜ ਕਰ ਬੈਠੀਏ ਔਰ ਵਰਕਰਾਂ ਦੇ ਹੱਥਾਂ ਦੇ ਵਿੱਚ ਆਪਾਂ ਖੇਡ ਲਈਏ। 2-3 ਹੋਰ ਗੱਲਾਂ ਅਸੀਂ ਕੀਤੀਆਂ ਸੀਗੀਆਂ ਉਹਨਾਂ ਦੇ ਨਾਲ ਕਿ ਜਿਹੜੀ ਉਹਨਾਂ ਨੇ DIC ਹੁਣ ਛਾਪੇ ਮਾਰ ਰਿਹਾ ਹੈਗਾ ਉਹਦੇ ਬਾਰੇ ਅਸੀਂ ਗੱਲ ਕੀਤੀ ਸੀ ਉਹਨਾਂ ਦੇ ਨਾਲ। ਤੇ ਉਹਨਾਂ ਨੇ ਸਾਫ਼ ਗੱਲ ਕਹੀ ਸੀਗੀ, ਕਹਿੰਦੇ ਮੈਂ ਤਾਂ ਇਹਨਾਂ ਨੂੰ ਥਾਣੇਦਾਰੀ ਕਰਨ ਨੂੰ ਨਹੀਂ ਕਿਹਾ, ਮੈਂ ਤਾਂ ਇਹਨਾਂ ਨੂੰ ਸਿਰਫ ਇਹ ਕਿਹਾ ਸੀਗਾ ਵੀ ਜਾ ਕੇ ਤੁਸੀਂ ਇੱਕ ਵਾਰੀ ਦੇਖ ਲਓ ਵੀ SOPs ਫੋਲੋ ਹੋ ਰਹੇ ਆ, ਜੇ ਨਹੀਂ ਫੋਲੋ ਹੋ ਰਹੇ ਤਾਂ ਉਹਨਾਂ ਨੂੰ ਗਾਈਡ ਕਰਕੇ ਉਹਨਾਂ ਨੂੰ ਪੱਕਾ ਹੀ ਫੋਲੋ ਕਰਨ। ਤੇ ਮੈਂ ਕਿਹਾ ਨਹੀਂ ਸਰ ਇਹ ਤਾਂ ਹੁਣ ਪੁਲਿਸ ਦੇ ਨਾਲ ਆ ਰਹੇ ਨੇ। ਕਹਿੰਦੇ ਚਲੋ ਇਹ ਵੀ ਮੈਂ ਦੇਖ ਲੈਣਾ ਇਹ ਇਸ਼ੂ ਹੈਗਾ। ਤੇ ਦੂਜੀਆਂ 1-2 ਗੱਲਾਂ ਅਸੀਂ ਹੋਰ ਕੀਤੀਆਂ ਸੀਗੀਆਂ ਵੀ ਤੇ ਸਰ ਜਿਹੜੇ ਸਾਡੇ PSUs ਵਗੈਰਾ ਹੈਗੇ ਉਹ ਪੇਮੈਂਟਸ ਨਹੀਂ ਦੇ ਰਹੇ, ਸਾਡੇ ਵਰਕਰਸ ਸਾਡੇ ਇੰਡਸਟਰੀਜ਼ ਦੀ ਡਿਮਾਂਡ ਘਟ ਗਈ ਅੱਗੋਂ ਵੀ ਉਹ ਕੰਮ ਕਿੱਦਾਂ ਕਰਨਗੇ, ਵਰਕ ਪ੍ਰੈਸ਼ਰ ਹੋਰ ਜ਼ਿਆਦਾ ਵੱਧ ਰਿਹਾ ਹੈ। ਤੇ ਉਹਨਾਂ ਨੇ ਫਿਰ ਇਹੀ ਗੱਲ ਕਹੀ, ਕਹਿੰਦੇ ਵੀ ਆਪਣਾ ਤੁਸੀਂ ਮੈਨੂੰ ਇਹ ਲਿਖ ਕੇ ਭੇਜ ਦਿਓ ਤੇ ਇਨ ਰਿਟਨ ਜੇ ਤੁਸੀਂ ਭੇਜ ਦੋਗੇ ਤੇ ਮੈਂ ਫਿਰ ਇਹਨੂੰ ਦੇਖਦਾ ਵੀ ਅੱਗੇ ਕਿੱਥੇ ਫਾਰਵਰਡ ਕਰ ਸਕਦੇ ਆਪਾਂ। ਅੱਛਾ, ਉਹ DC ਸਾਹਿਬ ਨੇ ਸਾਨੂੰ ਇਹ ਵੀ ਕਿਹਾ ਸੀ ਤੁਸੀਂ ਮੈਮੋਰੈਂਡਮ ਦਿਓ ਜਿਹੜੀ ਅਸੀਂ ਮਾਈਗ੍ਰੈਂਟ ਲੇਬਰ ਦੀ ਗੱਡੀਆਂ 'ਚ ਚੱਲ ਰਹੀਆਂ ਉਹਦੇ ਨੰਬਰ ਵੀ ਘੱਟ ਕਰਾਂਗੇ। ਹਾਂ ਉਹੀ ਕਿਹਾ ਸੀ ਨਾ, ਮੈਂ ਦੱਸਤਾ ਇਹਨਾਂ ਨੂੰ ਕਿ ਉਹ ਮੈਮੋਰੈਂਡਮ ਵੀ ਦੇਣਾ ਹੈਗਾ ਜੀ ਆਪਾਂ ਨੇ। ਔਰ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਸਰ ਸਾਡੇ ਇੰਡਸਟਰੀਜ਼ ਬੜੇ ਦਿੱਕਤ ਦੇ ਵਿੱਚ ਹੈਗੇ ਨੇ ਕਿਉਂਕਿ ਫੈਕਟਰੀਆਂ ਚਲੋ ਖੁੱਲ ਗਈਆਂ ਲੇਕਿਨ ਫੈਕਟਰੀਆਂ ਦੇ ਹਾਲੇ ਸੈਟਅਪ ਹੋ ਰਿਹਾ ਤੇ ਛਾਪੇ ਵੱਜਣੇ ਸ਼ੁਰੂ ਹੋ ਗਏ। ਇਹ ਪ੍ਰੈਸ਼ਰ, ਦੂਜਾ ਪ੍ਰੈਸ਼ਰ ਮਾਲ ਵਿਕ ਨਹੀਂ ਰਿਹਾ, ਮਾਰਕੀਟ ਦੇ ਵਿੱਚ ਡਿਮਾਂਡ ਘਟ ਗਈ, ਦੂਜਾ ਪ੍ਰੈਸ਼ਰ ਇਹ। ਔਰ ਜਿਹੜੇ ਵਰਕਰਸ ਨੇ ਐਕਸਪਲੋਇਟੇਸ਼ਨ ਕਰਨਾ ਉਹ ਅਲੱਗ।
ਤੇ ਤੁਸੀਂ ਇੱਕ ਵਾਰੀ ਜਿੰਨੀਆਂ ਪ੍ਰੋਬਲਮਸ ਹੈਗੀਆਂ ਵਰਕਰਸ ਦੇ, ਜਿੰਨੀਆਂ ਸਾਡੇ ਇੰਡਸਟਰੀਜ਼ ਦੀਆਂ ਪ੍ਰੋਬਲਮ ਹੈਗੀਆਂ, ਇੱਕ ਵਾਰੀ ਤੁਸੀਂ ਵੀਡੀਓ ਕਾਨਫਰੰਸਿੰਗ ਦੇ ਨਾਲ ਸਾਰੀਆਂ ਸੁਣ ਲਓ, ਐਡਰੈਸ ਕਰ ਦਿਓ, ਸਾਰੇ ਜੋ ਕੁਝ ਪੋਸੀਬਲ ਹੋ ਸਕਦਾ ਕਰਵਾ ਲਓ। ਤੇ ਉਹ ਐਗਰੀ ਕਰ ਗਏ ਨੇ। ਆਪਾਂ ਇੱਕ ਦਿਨ ਇਹ ਮੀਟਿੰਗ ਆਪਾਂ ਕਰਨੀ ਹੈਗੀ ਆ। ਉਸ ਤੋਂ ਪਹਿਲਾਂ ਆਪਾਂ ਮੁੱਦੇ ਜਿਹੜੇ ਉੱਥੇ ਉਹਨਾਂ ਦੇ ਸਾਹਮਣੇ ਰੱਖਣੇ ਨੇ, ਉਹ ਮੁੱਦੇ ਆਪਾਂ ਇੱਕ ਵਾਰੀ ਟੈਬੂਲੇਟ ਕਰ ਲਈਏ ਸਾਰੇ। ਪਹਿਲਾਂ ਵੀ ਸਰਜੀਤ ਸਿੰਘ ਜੀ ਨੇ WhatsApp ਦੇ ਉੱਤੇ ਪਾਇਆ ਸੀਗਾ, ਇੱਕ ਦੋ ਸੱਜਣਾ ਨੇ ਭੇਜੇ ਸੀਗੇ, ਹੋਰ ਕਿਸੇ ਨੇ ਪੁਆਇੰਟਸ ਨਹੀਂ ਭੇਜੇ। ਉਹ ਵੀ ਸਾਰੇ ਜਾਣੇ ਇੱਕ ਵਾਰੀ ਆਪਣੇ ਆਪਣੇ ਪੁਆਇੰਟਸ ਜ਼ਰੂਰ ਭੇਜੋ। ਪ੍ਰਿੰਸਲ ਸਾਹਿਬ ਸਰ ਹੁਣ ਆਪਾਂ 1 ਬਾਈ 1 ਜਿਹੜੇ ਬੰਦੇ ਇਹਨੇ ਆਪਣੇ ਲਾਈਨ ਤੇ ਹਾਂਜੀ ਕਰਨ ਦੇ ਨਾਲ ਆਪਣੇ ਸਮਾਨ ਜਾਂ ਆਪਣਾ ਜੋ ਵੀ ਆਪਣਾ ਵਿਚਾਰ ਦੱਸੋ। 1 ਕਰ वालिया साहब तो स्टार्ट कर लो। वालिया साहब सर पास्ट प्रेसिडेंट वालिया साहब, सत श्री अकाल सर। सत श्री अकाल जी, सत श्री अकाल साਰਿਆਂ ਨੂੰ, सत श्री अकाल जी सर। ਤੁਹਾਡਾ ਵਿਚਾਰ ਇਸ ਮਾਮਲੇ 'ਚ? ਤਾਂ ਤੁਹਾਡੇ ਨਾਲ ਹੀ ਹੈ, ਜੋ ਤੁਸੀਂ ਕਿਹਾ ਹੈਗਾ ਬਹੁਤ ਵਧੀਆ ਹੈ। ਤੁਹਾਨੂੰ ਲਿਖ ਕੇ ਜ਼ਰੂਰ ਮੈਮੋਰੰਡਮ ਦੇਣਾ ਚਾਹੀਦਾ ਹੈ। ਚੱਲੇਗਾ ਉਸ ਤੋਂ ਬਾਅਦ ਜਿਹੜੀ ਮਾਈਗ੍ਰੇਟ ਦਾ ਹੈਗਾ ਉਹ ਬੰਦ ਹੋ ਜਾਏਗਾ। ਸਰ ਇਹ ਆਪਾਂ ਨੂੰ ਹਾਂਜੀ ਹਾਂਜੀ ਸਰਕਾਰਾਂ ਬੇਸਿਕਲੀ ਪੋਲੀਟੀਕਲ ਫਾਇਦਾ ਲੈਣ ਵਾਸਤੇ ਇਸ ਮੁੱਦੇ ਨੂੰ ਇਹਨਾਂ ਨੂੰ ਵਾਪਸ ਪ੍ਰੋਬਲਮ ਤਾਂ ਇੰਡਸਟਰੀਸਟਾਂ ਨੂੰ ਆਣੀ ਹੈ। ਜਦੋਂ ਲੇਬਰ ਨਹੀਂ ਮਿਲਣੀ, ਉਸ ਤੋਂ ਬਾਅਦ ਇੰਸਪੈਕਟਰ ਰਾਜ ਸ਼ੁਰੂ ਹੋ ਜਾਣਾ ਤੇ ਅੱਗੇ ਮਾਰਕੀਟ ਦੇ ਵਿੱਚ ਪਤਾ ਨਹੀਂ ਹੁਣ ਕੀ ਹਾਲ ਹੋਣਾ ਹੈ। ਮਾਲ ਵਿਕਣਾ ਹੈ, ਨਹੀਂ ਵਿਕਣਾ, ਜਿਹੜੀਆਂ ਪੇਮੈਂਟਾਂ ਤੁਸੀਂ ਲੈਣੀਆਂ ਹੈ ਕੰਪਨੀ ਦੇ ਕੋਲੋਂ, ਉਹ ਤੁਹਾਨੂੰ ਕਦੋਂ ਮਿਲਣੀਆਂ, ਕਿਵੇਂ ਮਿਲਣੀਆਂ। ਵਾਲੇ ਸਾਹਿਬ ਇੱਕ ਮਿੰਟ ਪੌਜ਼ ਕਰਿਓ ਸਰ, ਇੱਕ ਮਿੰਟ ਪੌਜ਼ ਕਰਿਓ ਸਰ। ਸਾਰਿਆਂ ਨੂੰ ਰਿਕੁਐਸਟ ਹੈ ਜੀ, ਮੈਂ ਸਾਰਿਆਂ ਨੂੰ ਮਿਊਟ ਕਰ ਰਿਹਾ। ਜਿਹਨੇ ਬੋਲਣਾ ਆਪਣਾ ਮਾਈਕ ਔਨ ਕਰ ਲਿਓ, ਕਿਉਂਕਿ ਡਿਸਟਰਬੈਂਸ ਬਹੁਤ ਆ ਜਾਂਦੀ ਹੈ। ਵਾਲੇ ਸਾਹਿਬ ਦੀ ਗੱਲ ਨਹੀਂ ਸੁਣ ਰਹੀ। ਮੈਂ ਸਾਰਿਆਂ ਨੂੰ ਮਿਊਟ ਕਰ ਰਿਹਾ ਜੀ। ਵਾਲੇ ਸਾਹਿਬ ਤੁਸੀਂ ਆਪਣਾ ਅਨਮਿਊਟ ਕਰੋ ਸਰ। ਮੈਂ ਕਰ ਦਿੰਦਾ ਤੁਹਾਨੂੰ ਅਨਮਿਊਟ। ਹਾਂਜੀ ਸਰ, ਹੁਕਮ ਕਰੋ, ਹੁਣ ਬੋਲੋ ਸਰ ਜੀ। ਮੇਰਾ ਮਤਲਬ ਸੀਗਾ ਕਿ ਆਪਾਂ ਸਿਰਫ ਕੱਲੀ ਆਪਾਂ ਨੂੰ ਲੇਬਰ ਦੀ ਪ੍ਰੋਬਲਮ ਨਹੀਂ ਆਉਣ ਵਾਲੀ, ਉਸ ਤੋਂ ਬਾਅਦ ਜਿਹੜਾ ਅਸੀਂ ਪ੍ਰੋਡਕਸ਼ਨ ਕਰਨੀ ਹੈ, ਉਹ ਮਾਲ ਕਿੱਥੇ ਜਾਣਾ ਹੈ, ਵਿਕਣਾ ਹੈ, ਨਹੀਂ ਵਿਕਣਾ, ਯੂ ਨੈਵਰ ਨੋ। ਦੂਸਰਾ ਸਭ ਤੋਂ ਵੱਡਾ ਮੁੱਦਾ ਜਿਹੜਾ ਆਪਾਂ ਕੰਪਨੀਜ਼ ਦੇ ਕੋਲੋਂ ਪੈਸੇ ਲੈਣੇ ਆ, ਉਹ ਕੰਪਨੀ ਤੁਹਾਨੂੰ ਕਦੋਂ ਦਿੰਦੀਆਂ, ਕਿੰਨਾ ਦਿੰਦੀਆਂ। ਮੈਂ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਮੈਂ ਇੱਕ ਕੰਪਨੀ ਤੋਂ ਪੈਸੇ ਲੈਣੇ ਆ ਜਿਨ੍ਹਾਂ ਦਾ ਮੈਂ ਵੈਂਡਰ ਹੈ। ਮੈਂ ਕਿੰਨਾ ਲੈਣਾ ਇਹ ਅਮਾਊਂਟ ਨਹੀਂ ਦੱਸਦਾ, ਪਰ ਯੂ ਵਿਲ ਸਰਪ੍ਰਾਈਜ਼ ਟੂ ਨੋ ਕਿ ਅੱਜ ਉਹਨਾਂ ਨੇ ਮੈਨੂੰ 1.5 ਲੱਖ ਰੁਪਇਆ ਦਿੱਤਾ ਹੈ ਸਿਰਫ, ਜਿਹੜਾ ਕਿ ਮੇਰੀ ਲੇਬਰ ਵੀ ਨਹੀਂ ਬਣਦੀ 1.5 ਲੱਖ ਰੁਪਇਆ ਇੱਕ ਮਹੀਨੇ ਦੀ। ਤੋ ਇਹ ਬੜੀਆਂ ਪ੍ਰੋਬਲਮਸ ਆਉਣ ਵਾਲੀਆਂ ਹੈਗੀਆਂ, ਜਿਹੜੀ ਸਿਰਫ ਇੱਕ ਲੇਬਰ ਵਾਲਾ ਮੁੱਦਾ ਨਹੀਂ ਹੈਗਾ ਕਿ ਅਸੀਂ ਮਾਈਗ੍ਰੈਂਟ ਲੇਬਰ ਨੂੰ ਰੋਕੀਏ। ਉਸ ਤੋਂ ਬਾਅਦ ਇੰਡਸਟਰੀ ਨੂੰ ਚਲਾਉਣ ਵਾਸਤੇ ਆਪਾਂ ਨੂੰ ਬਹੁਤ ਔਖਿਆਈਆਂ ਆਉਣੀਆਂ। ਉਹ ਸਾਰੀਆਂ ਤੋਂ ਬਾਹਰ ਅਸੀਂ ਤਾਂ ਹੀ ਨਿਕਲ ਸਕਦੇ ਹਾਂ ਜੇ ਅਸੀਂ ਇਕੱਠੇ ਹੋ ਕੇ ਚੱਲਾਂਗੇ, ਲੱਤਾਂ ਖਿੱਚਣੀਆਂ ਬੰਦ ਕਰਾਂਗੇ, ਠੀਕ ਹੈ। ਤੇ 1 to 1 ਬਿਲਕੁਲ ਮਿਲ ਕੇ, ਜਿੱਦਾਂ ਹੁਣ ਆਪਾਂ ਦੇਖੋ ਜ਼ੂਮ ਦੇ ਉੱਤੇ ਮੀਟਿੰਗ ਕਰ ਰਹੇ ਹਾਂ, ਏਦਾਂ ਹੀ ਬਾਅਦ ਚ ਵੀ ਖੁੱਲਣ ਤੋਂ ਬਾਅਦ ਵੀ ਅਸੀਂ ਮੀਟਿੰਗ ਕਰਕੇ ਜੋ ਵੀ ਪ੍ਰੋਬਲਮ ਹੈਗੀਆਂ ਉਹਨਾਂ ਨੂੰ ਇਕੱਠੇ ਹੋ ਕੇ ਸੋਲਵ ਕਰਾਂਗੇ। ਬਿਲਕੁਲ ਠੀਕ ਕਹਿ ਰਹੇ ਹੋ ਵਾਲੇ ਸਾਹਿਬ। ਵਾਲਿਆ ਸਾਹਿਬ, ਸਰਕਾਰ ਕਹਿ ਰਹੀ ਹੈ ਉਹਨਾਂ ਵਾਲਿਆ ਸਾਹਿਬ ਕੋਲ ਮੇਰੀ ਨਹੀਂ ਹੈ। ਰਿਕੁਐਸਟ ਹੈ, ਆਪਾਂ ਨੂੰ ਲੰਬੀ ਕਰਨੀ ਗੱਲ ਨੂੰ ਸਿਰਫ ਇਹ ਕਰੀਏ ਜਿਹੜੀ ਇੱਕ ਤਾਂ ਆਪਣਾ ਜਿਹੜਾ ਏਜੰਡਾ ਬਣਾਉਣਾ ਉਹਦੇ ਬਾਰੇ ਕਰਨਾ, ਪਲੱਸ ਜਿਹੜੇ ਆਪਾਂ ਲੇਬਰ ਨੂੰ ਇਸ ਵਾਰ ਪੇਮੈਂਟ ਪਾਣੀ ਆ ਉਹ ਕਿੰਨੇ % ਪਾਣੀ, ਸਿਰਫ ਇਹਦੇ ਬਾਰੇ ਗੱਲ ਕਰਕੇ ਦੇਖੋ ਜਿੱਥੋਂ ਤੱਕ ਅਪ੍ਰੈਲ ਦੀ ਲੇਬਰ ਦਾ ਹੈਗਾ, ਜੋ ਮੈਂ ਕੀਤਾ ਉਹ ਮੈਂ ਸਾਰਿਆਂ ਨੂੰ ਦੱਸ ਦਿੰਦਾ। ਮੈਂ ਤਾਂ ਜਿਹੜੇ ਵਰਕਰ ਮੇਰੇ ਕੋਲ 10-11 ਹਜ਼ਾਰ ਤੋਂ ਵੱਧ ਸੈਲਰੀ ਲੈਂਦੇ ਸੀ ਉਹਨਾਂ ਨੂੰ 5000 ਰੁਪਇਆ ਦਿੱਤਾ। ਉਸ ਤੋਂ ਥੱਲੇ ਜਿਹੜੇ 8000 8500 ਵਾਲੇ 9000 ਵਾਲੇ ਉਹਨਾਂ ਨੂੰ ਸਭ ਨੂੰ 3-3000 ਰੁਪਇਆ ਦਿੱਤਾ ਤਾਂ ਕਿ ਉਹਨਾਂ ਨੂੰ ਰਾਸ਼ਨ ਮਿਲ ਸਕੇ। ਮਤਲਬ ਤੁਸੀਂ 50% ਦੀ ਗੱਲ ਕਰ ਰਹੇ ਹੋ? ਆਲਮੋਸਟ 40 to 50% ਦੇ ਰਹੀ ਹੈ। ਬਟ ਇੱਕ ਗੱਲ ਹੋਰ ਹੈ ਨਾ ਸਰ, ਇਹ ਸਾਰਿਆਂ ਤੇ ਐਪਲੀਕੇਬਲ ਸੇਮ ਨਹੀਂ ਹੁੰਦਾ। ਆਪਾਂ ਬਾਕੀ ਦੇ ਵੀ ਵਿਚਾਰ ਕੀ ਕਹਿੰਦੇ ਨੇ ਉਹ ਵੀ ਸੁਣ ਲਿਆ ਸਰ। ਹੋਰ ਕੋਈ ਸੱਜਣ ਵਿਚਾਰ ਰੱਖਣਾ ਚਾਹੁੰਦੇ ਹੁਣ? ਸਰ ਅੰਮ੍ਰਿਤਪਾਲ ਸਰ, ਤੁਸੀਂ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆ ਗਏ ਹੋ। ਤੁਸੀਂ ਇਸ ਸੌਰੀ ਮੈਂ ਇੱਕ ਪੁਆਇੰਟ ਹੋਰ ਕਹਿਦਾ। ਹਾਂਜੀ ਸ਼ੋਰ ਹਾਂਜੀ ਸ਼ੋਰ ਸਰ ਪਲੀਜ਼। 50% ਨਹੀਂ ਦੱਸਦਾ ਸਰ ਜੀ, ਮੈਂ 50% ਨਹੀਂ ਦਿੱਤਾ। ਮੈਂ ਇੱਕ ਸਲੈਬ ਬਣਾਤੀ ਸੀਗੀ ਕਿ ਜਿਹੜੇ 10-11 ਹਜ਼ਾਰ ਤੋਂ ਉੱਪਰ ਵਾਲੇ ਹੈਗੇ ਆ
ਉਹਨਾਂ ਸਾਰਿਆਂ ਨੂੰ 5000 ਤੇ ਉਸ ਤੋਂ ਨੀਚੇ ਵਾਲਿਆਂ ਨੂੰ 3000 4000 ਇਹ ਦਿੱਤਾ। ਧੰਨਵਾਦ ਵਾਜੇ ਸਾਹਿਬ। ਹੁਣ ਅਗਲਾ ਕਾਲ ਲਓ ਜੀ ਸਰ। ਨੈਕਸਟ ਕੌਣ ਵਿਚਾਰ ਰੱਖਣਾ ਚਾਹੁੰਦੇ ਨੇ? ਅਮਰਿਤਪਾਲ ਜੀ ਤੁਸੀਂ ਕੁਝ ਬੋਲੋਗੇ ਸਰ? ਹਾਂਜੀ ਸਰ ਜੀ, ਮੈਂ ਤਾਂ ਪੂਰੀ ਪੇਮੈਂਟ ਦੇ ਰਿਹਾ, ਪਰ ਪੇਮੈਂਟ 12 ਕਿਸ਼ਤਾਂ ਦੇ ਰਿਹਾ ਉਹਨਾਂ ਨੂੰ, ਪੂਰੇ ਮਹੀਨੇ ਦੀ ਪੇਮੈਂਟ 12 ਕਿਸ਼ਤਾਂ ਦੇ ਰਿਹਾ। ਠੀਕ ਹੈ, ਠੀਕ ਹੈ ਸਰ। ਇੱਕ ਇਹ ਨੈਕਸਟ ਕਰੋ ਸਰ। ਸਰ ਅੱਗੇ ਜੀ ਨੈਕਸਟ ਕੋਈ ਹੋਰ ਸੱਜਣ ਦੱਸਣਾ ਚਾਹੁੰਦਾ ਹੋਵੇ ਆਪਣੀ ਗੱਲਬਾਤ? ਆਪਣਾ ਅਨਮਿਊਟ ਆਲੂ ਵਾਲੇ ਸਾਹਿਬ ਨੂੰ ਪੁੱਛੋ ਸਰ। ਆਲੂ ਵਾਲੇ ਸਾਹਿਬ ਸਰ ਆਪਣਾ ਅਨਮਿਊਟ ਕਰਕੇ ਆ ਜਾਓ ਸਰ। ਤੇ ਲੋ ਮੈਂ ਕਰ ਦਿੰਦਾ ਅਨਮਿਊਟ ਤੁਹਾਨੂੰ ਸਰ। ਸਤਿ ਸ਼੍ਰੀ ਅਕਾਲ ਸਰ। few people. Firstly, तो सत श्री अकाल to everybody because मैं मेरी नहीं पाया तो ये ना करना चाहते हैं कि ऐसा ये दे मतलब knowing about it उन्होंने I think decide किया है 30% of the wage start कर and partner TP sir, I think your finger is on the microphone. It is not at all audible. Please do the needful settings. Hold on for a minute. Is it okay now? Can you hear me? Somewhat sir, better. मैं समझगा कि मेरी ये गाने पता लगा। तो मेरा सिर्फ कहना है ना सीगा कि जो भी ऐसी करिए ਆਲੂ ਵਾਲੇ ਸਾਹਿਬ ਆਡੀਬਲ ਨਹੀਂ ਹੈਗੇ। ਆਪਾਂ ਨੈਕਸਟ ਕਾਲਰ ਲੈ ਲਈਏ ਸਰ। ਸਰ ਤੁਸੀਂ ਆਪਣੇ ਫੋਨ ਦੇ ਨਾਲ ਜਾਂ ਤਾਂ ਈਅਰਫੋਨ ਵਗੈਰਾ ਲਗਾ ਲਓ, ਬੈਟਰ ਰਹੇਗਾ ਸਰ। ਨੈਕਸਟ ਕੀ ਲਗਾਣਾ? ਈਅਰਫੋਨ ਵਗੈਰਾ ਕੋਈ ਅਟੈਚ ਕਰ ਲਓ ਸਰ। ਆਵਾਜ਼ ਤੁਹਾਡੀ ਆ ਨਹੀਂ ਰਹੀ। ਓਕੇ ਸਰ, ਕੋਈ ਨੈਕਸਟ ਕੌਣ ਬਹੁਤ ਦੱਸਣਾ ਚਾਹੁੰਦੇ ਹੁਣ? ਇਹਨੇ ਆਲੂ ਵਾਲੇ ਸਾਹਿਬ ਆਪਣਾ ਸੈੱਟ ਕਰਦੇ ਆ। ਮਠਾਰੂ ਸਾਹਿਬ ਦੱਸੋ ਸਰ, ਫੈਲਕਨ ਵਾਲੇ। ਮਾਈਕ ਅਨਮਿਊਟ ਕਰ ਲਓ ਸਰ। ਸਰ ਅਨਮਿਊਟ ਕਰੋ ਪਹਿਲਾਂ ਮਾਈਕ ਜੀ। ਹਾਂਜੀ 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 ਸਰ ਦੱਸੋ। ਕੈਨ ਯੂ ਲਿਸਨ ਮੀ? ਹਾਂ ਪਰਫੈਕਟਲੀ। ਹਾਂਜੀ ਓਕੇ। ਹੁਣ ਜਿਹੜੇ 2-3 ਇਸ਼ੂ ਆਏ ਨੇ, ਇੱਕ ਤੇ ਜਿਵੇਂ MIA ਨੇ ਕਿਹਾ ਜੀ ਫੁੱਲ ਸੈਲਰੀ ਦਿਓ, ਯਾਰ ਵੀ ਆਰ ਨਾਟ ਗੋਇੰਗ ਟੂ ਪੇ। ਜਿਹੜੇ ਲੋਅਰ ਲੈਵਲ ਵਾਲੇ 2,500 ਰੁਪਏ ਦੇ ਰਹੇ ਆ ਅਪ੍ਰੈਲ ਦਾ। ਤੇ ਬਾਕੀ ਅਸੀਂ ਜਿਵੇਂ ਸਾਡੇ ਕੋਈ ASI ਨਹੀਂ ਸੀ, ਆਪਾਂ ਇੰਸ਼ੋਰੈਂਸ ਕਰਾਤੀ ਉਹਨਾਂ ਦੀ, मतलब 2600 ਦੀ ਮੇਰੀ ਇੰਸ਼ੋਰੈਂਸ ਹੋਈ ਹੈ ਤੇ ਔਰ ਟੋਟਲ ਹੋਈ ਮਤਲਬ 5000 ਦੇ ਆਸ-ਪਾਸ ਹੋ ਗਿਆ, 5055 ਰੁਪਏ ਹੋ ਗਿਆ ਜਿਹੜੇ ਮਤਲਬ ਜਨਰਲ। ਤੇ ਹੁਣ ਜਿਹੜੀ ਇਹ ਗੱਲ ਹੈਗੀ ਹੈ ਕਿ ਇਸ਼ੂ ਹੁਣ ਹੋਰ ਵਿੱਚ ਆਈ ਕਿਹਾ ਹੈ ਕਿ ਜਿਹੜੀ ਇੰਸ਼ੋਰੈਂਸ ਪਾਲਿਸੀ ਇਹ ਸਹੀ ਹੋਣੀ ਬੈਟਰ ਹੈ। ਚਲੋ ਹੁਣ ਤੇ ਆਪਾਂ ਕਰਾ ਬੈਠੇ ਨਾ, ਉਹਦੇ ਵੀ ਕਹਿੰਦੇ ਟਾਈਮ ਡੂ ਇਟ। ਬਾਕੀ ਹੈ ਕਿ ਜਦ ਤੱਕ ਸਵਾਲ ਹੈਗਾ ਸੇਲ ਦਾ ਜਾਂ ਕਸਟਮਰ ਦਾ, ਕਸਟਮਰ ਵੀ ਕੋਈ ਆ ਨਹੀਂ ਰਹੇ, ਕਸਟਮਰ ਨੂੰ ਪਤਾ ਹੀ ਨਹੀਂ ਹੈ ਵੀ ਮਾਰਕੀਟ ਖੁੱਲੀ ਹੈ ਤੇ ਕੋਈ ਆਰਡਰ ਨਹੀਂ ਐਕਸਪੈਕਟਡ ਹੈ, ਔਰ ਜਿਹੜੀ ਪੇਮੈਂਟ ਹੈ ਪੈਂਡਿੰਗ ਉਹ ਤਾਂ ਪੈਂਡਿੰਗ ਹੀ ਹੈ। ਜਿੰਨਾ ਪਾਰਟੀਆਂ ਦਾ ਸਾਡਾ ਮਾਲ ਤਿਆਰ ਹੈ, ਮਾਲ ਕੋ ਜਾ ਨਹੀਂ ਰਿਹਾ ਕਿਉਂਕਿ ਲॉकडाउन है। अनटिल लॉकडाउन इज ओपन, बेशक ਅਸੀਂ ਫੈਕਟਰੀਆਂ ਖੋਲ੍ਹਣੀ ਹੈ ਪਰ ਮੈਨੂੰ ਲੱਗਦਾ ਨਹੀਂ ਕੋਈ ਜ਼ਿਆਦਾ ਕੋਈ ਫਾਇਦਾ ਹੋਣ ਵਾਲੀ ਗੱਲ ਹੈ ਕਿਉਂਕਿ ਸਾਰੀ ਜਗ੍ਹਾ ਲॉकडाउन ਸਭ ਬੰਦ ਹੈਗੀਆਂ। ਜਿਨ੍ਹਾਂ ਨੇ ਸਾਡੇ ਕੋਲ ਸਟਾਕ ਲੈਣਾ ਸੀ ਦੇ ਆਰ ਕਲੋਜ਼ਡ। ਐਸਾ ਮਠਾਰੂ ਸਾਹਿਬ ਇਹ ਤਾਂ ਐਸਾ ਹੈਗਾ ਕਿ ਤਾਂ ਕਿਸੇ ਵੀ ਟਾਈਮ ਦੇ ਉੱਤੇ ਅਸੀਂ ਸਟਾਰਟ ਕਰਾਂਗੇ ਨਾ ਤੇ ਸਲੋਲੀ ਹੀ ਸਟਾਰਟ ਹੋਣਾ ਹੈ, ਭਾਵੇਂ ਅਸੀਂ 6 ਮਹੀਨੇ ਨੂੰ ਸਟਾਰਟ ਕਰੀਏ। ਸਰ ਓਨਲੀ ਅਪ੍ਰੈਲ ਵਾਲੀ ਤਨਖਾਹ ਦੇ ਉੱਤੇ ਗੱਲ ਕਰੀਏ। ਹਾਂ ਹਾਂਜੀ ਤੇ ਅਪ੍ਰੈਲ ਤਨਖਾਹ ਹੈ ਨਾ, ਮੈਂ ਮਤਲਬ ਮੈਂ ਤਕਰੀਬਨ 2500 ਪਲੱਸ ਮੈਂ 2500 ਇੰਸ਼ੋਰੈਂਸ ਅਪਰੋਕਸੀਮੇਟ ਮੈਂ 5100 ਰੁਪਇਆ ਮੈਂ ਕੀਤਾ ਅਪ੍ਰੈਲ ਦਾ ਮਤਲਬ ਇੰਸ਼ੋਰੈਂਸ ਵੀ ਮਤਲਬ ਉਹ ਮਿਲਾ। ਮਥਾਰੂ ਸਾਹਿਬ ਜਸਟ ਅ ਮਿੰਟ ਸਰ, ਮੇਰਾ ਖਿਆਲ ਹੈ ਕਿ ਆਪਾਂ ਕੀ ਕੀਤਾ ਹੈ ਇਹ ਨਾ ਸੋਚ ਕੇ ਨਾ ਆਪਣੇ ਸਾਰੇ ਜਿਹੜੇ ਸਨਅਤਕਾਰ ਹਨ ਉਹਨਾਂ ਨੂੰ ਆਪਾਂ ਕੀ ਸੁਜੈਸਟ ਕਰਦੇ ਆ
ਵੀ ਕਿੱਥੋਂ ਤੱਕ ਕਰਦੇ ਹੋ ਤੁਸੀਂ ਆਪਣਾ। ਇੱਕ ਮੈਂ ਹੋਰ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਵੀ ਆਪਾਂ ਆਪਣਾ ਪ੍ਰੋਫਾਈਲ ਨਾ ਦੇਖੀਏ, ਛੋਟੇ ਸਨਅਤਕਾਰਾਂ ਦਾ ਵੀ ਪ੍ਰੋਫਾਈਲ ਦੇਖ ਕੇ ਗੱਲ ਕਰੀਏ। ਡਾਕਟਰ ਸਾਹਿਬ ਦੋ ਮੈਂ ਬੋਲਾਂ। ਹਾਂਜੀ ਸਰ ਪਲੀਜ਼ ਸਰ ਪਲੀਜ਼ ਅੱਜ ਅਸੀਂ ਤੁਹਾਡੇ ਵਿਚਾਰ ਲੈ ਕੇ ਅਸੀਂ ਉਹਦਾ ਇੱਕ ਸਰਕੂਲਰ ਕੱਢਾਂਗੇ ਸਾਰੇ ਇੰਡਸਟਰੀਜ਼ ਵਾਸਤੇ। ਇਸੇ ਕਰਕੇ ਅਸੀਂ ਇਕੱਠੇ ਹੋ ਗਏ ਆਪਣੇ ਐਸੋਸੀਏਸ਼ਨ ਵੱਲੋਂ। ਇੱਕ ਹੀ ਸਰਕੂਲਰ ਨਿਕਲੇਗਾ ਵੀ ਇੰਨੀ ਪੇਮੈਂਟ ਦਿੱਤੀ ਜਾਵੇ ਬਸ। ਓਕੇ ਇਸ ਕਰਕੇ ਆਪਾਂ ਉਸ ਚੀਜ਼ ਤੇ ਫੋਕਸ ਕਰਕੇ ਆਪਾਂ ਗੱਲ ਕਰਨੀ ਹੈ, ਕਿਉਂਕਿ ਟਾਈਮ 20 ਮਿੰਟ ਮਿਲਦਾ ਹੋ ਚੁੱਕੇ ਨੇ, 20 ਰਹਿ ਗਏ। ਠੀਕ ਹੈ। ਹਾਂਜੀ ਵਾਲੇ ਸਾਹਿਬ। ਸਰ ਮੇਰੇ ਹਿਸਾਬ ਨਾਲ ਮਿਨੀਮਮ 3000 ਰੁਪਇਆ ਦੇਖੋ ਚਾਹੀਦਾ ਹੈਗਾ ਤਾਂ ਕਿ ਰਾਸ਼ਨ ਪਾਣੀ ਬੰਦੇ ਦਾ ਫਸਟ ਕਲਾਸ ਚੱਲ ਸਕੇ। ਠੀਕ ਹੈ, ਦੈਟਸ ਫਾਈਨ। ਠੀਕ ਹੈ, rest of the members। ਠੀਕ ਹੈ। ਠੀਕ ਹੈ ਅੱਛਾ ਵਾਲੇ ਸਾਹਿਬ, ਠੀਕ ਹੈ ਸਰ अच्छा point है मैं सर। ਵਿੱਚ ਕੁਝ ਬੋਲਾਂ ਜੀ। हाँ ਹਾਂਜੀ सर। ਬੋਲੋ। ਹਾਂ ਸਰ ਐਸਾ ਹੈਗਾ ਕਿ ਮੈਂ ਤਾਂ ਜਿਹੜੇ ਮੈਂ 5-6 ਬੰਦੇ ਬੁਲਾਏ ਹੋਏ ਸੀਗੇ, ਮੈਂ ਉਹਨਾਂ ਨੂੰ ਕੌਨਫੀਡੈਂਸ ਵਿੱਚ ਲੈ ਕੇ ਪੁੱਛ ਲਿੱਤਾ ਹੈਗਾ। So they are saying that we require 3000 rupees as rent and 3000 we require for rationing। तो मैं ਤਾਂ ਉਹਨਾਂ ਨੂੰ 6000 rupees ਦਿੱਤੇ ਹੈਗੇ ਤਾਂ ਜੋ ਤੁਸੀਂ ਆਪਣਾ ਰੈਂਟ ਦੇ ਦਿਓ ਤੇ ਬਾਕੀ ਮਹੀਨੇ ਭਰ ਦਾ ਰਾਸ਼ਨ ਪਾ ਲਓ। This is what I have done। ਸਰ ਪਲੀਜ਼ ਆਪਣੇ ਪਾਟੇ ਸਾਹਿਬ ਆਪਾਂ ਫਿਰ ਉਸੇ ਗੱਲ ਤੇ ਆ ਗਏ ਵੀ ਮੈਂ ਕੀ ਕੀਤਾ ਆਪਾਂ ਕੀ ਕੀਤਾ ਇਹ ਨਾ ਆਪਾਂ ਡਿਸਕਸ ਕਰੀਏ। ਇੱਕ ਸੈਕਿੰਡ ਮੈਂ ਤੁਹਾਨੂੰ ਦੱਸਦਾ। ਮੈਂ ਅੱਜ 4-5 ਬੰਦੇ ਜਿਹੜੇ ਨੇੜੇ ਤੇੜੇ ਵਾਲੇ ਮੇਰੇ ਹੈਗੇ ਉਹਨਾਂ ਦੇ ਵਰਕਰਸ ਨਾਲ ਗੱਲ ਕੀਤੀ ਉਹਨਾਂ ਦੇ ਆਉਣ ਤੋਂ ਪਹਿਲਾਂ, ਤੇ ਉਹਨਾਂ ਵਰਕਰਸ ਦਾ ਵੀ ਇਹ नजरिया ਸੀਗਾ। ਉਹ ਕਹਿੰਦੇ ਜੀ ਕਿ मालिक भी हमें कहां से दे देगा, काम तो हुआ नहीं, अगर काम होगा तो देगा। ਦੇਖੋ ਜੇ ਅਸੀਂ ਉਹਨਾਂ ਨੂੰ ਦੇਣਾ ਸ਼ੁਰੂ ਕਰਤਾ ਫਿਰ ਉਹਨਾਂ ਨੂੰ ਇਹ ਵੀ ਐਕਸਪੈਕਟੈਂਸੀ ਹੋ ਜਾਂਦੀ ਹੈ ਕਿ ਹਾਂਜੀ ਇਹ ਤਾਂ ਦੇ ਸਕਦੇ ਆ, ਲਓ ਫਿਰ ਜ਼ਿਆਦਾ ਵੀ ਲਓ। ਠੀਕ ਹੈ ਨਾ ਜੀ। ਤੇ ਜੇ ਅਸੀਂ ਉਹ ਕਹਿੰਦੇ ਜੀ ਸਾਨੂੰ ਮਾਰਚ ਦੀ ਮਿਲ ਗਈ ਹੈ, 22 ਤਰੀਕ ਤੱਕ ਸਾਨੂੰ ਸੈਲਰੀ ਮਿਲ ਗਈ, ਤੇ ਸਾਰਿਆਂ ਨੇ ਇੱਥੇ ਨੇੜੇ ਤੇੜੇ ਜਿੰਨੇ ਮੇਰੇ ਹੈਗੇ ਨੇ ਜੀ ਉਹਨਾਂ ਨੇ ਇਹੀ ਕਿਹਾ ਵੀ ਸਾਨੂੰ 22 ਤਰੀਕ ਤੱਕ ਮਿਲ ਗਈ, ਅਪ੍ਰੈਲ ਦੀ ਤਾਂ ਅਸੀਂ ਐਕਸਪੈਕਟ ਵੀ ਨਹੀਂ ਕਰਦੇ। ਮੈਂ ਵਰਕਰਾਂ ਨਾਲ ਗੱਲ ਕੀਤੀ ਹੈ। ਉਸ ਤੋਂ ਬਾਅਦ 11 ਵਜੇ ਜਦੋਂ ਸਾਰੇ ਸਨਅਤਕਾਰ ਆ ਗਏ, ਉਹ 3-4 ਨਾਲ ਮੈਂ ਗੱਲ ਕੀਤੀ ਹੈ, ਉਹਨਾਂ ਨੇ ਵੀ ਇਹੀ ਕਿਹਾ ਜੀ ਅਸੀਂ ਅਪ੍ਰੈਲ ਦੀ ਤਾਂ ਬਿਲਕੁਲ ਨਹੀਂ ਦੇ ਰਹੇ, ਮਾਰਚ ਦੀ ਅਸੀਂ ਦੇ ਰਹੇ ਹਾਂ 22 ਤਰੀਕ ਤੱਕ, ਔਰ ਹੁਣ ਉਹਨਾਂ ਨੂੰ ਦੇ ਦਾਂਗੇ ਜਿਹੜੀਆਂ ਹੁਣ ਦਿਨ ਲੱਗਣੇ ਸ਼ੁਰੂ ਹੋਏ ਨੇ। ਇਹ ਇਸ ਵਕਤ ਜਿਹੜੇ ਕੁਝ ਸੱਜਣ ਇੱਥੇ ਨੇੜੇ ਤੇੜੇ ਮੇਰੇ ਹੈਗੇ ਉਹ ਆ ਕਰ ਰਹੇ ਨੇ ਜੀ। ਔਰ ਵਰਕਰਸ ਦੇ ਵਿੱਚ ਐਕਸਪੈਕਟੈਂਸੀ ਆਫ April wages is not there, and if at all we started paying them then the expectancy may arise, ਫਿਰ ਐਕਸਪੈਕਟੈਂਸੀ ਹੋ ਜਾਏਗੀ ਜੀ। ਸੋ ਇਸ ਚੀਜ਼ ਨੂੰ ਨਜ਼ਰ ਵਿੱਚ ਰੱਖ ਕੇ ਆਪਾਂ ਉਹਨਾਂ ਸੋਚੀਏ, ਜਿਵੇਂ ਹੁਣ ਵਾਲੀਆ ਸਾਹਿਬ ਨੇ ਕਿਹਾ ਸੀਗਾ ਵੀ 3000, ਹਾਂ 2,500-3,000 ਇਜ਼ ਅ ਜੈਨੂਇਨ ਥਿੰਗ, ਉਹਨਾਂ ਨੂੰ ਗੁਜ਼ਾਰੇ ਲਾਇਕ ਦੇ ਦਈਏ ਤਾਂ ਕਿ ਉਹ ਵੀ ਸਿਚੁਏਸ਼ਨ ਨੂੰ ਸਮਝਣ ਕਿ ਬਈ ਸਿਚੁਏਸ਼ਨ ਮਾੜੀ ਹੈ, ਕੰਮ ਹੋਇਆ ਨਹੀਂ, ਮਾਲਕ ਵੀ ਕਿੱਥੋਂ ਦੇਗਾ। ਹੋਰ ਆਪਾਂ ਉਹਨਾਂ ਨੂੰ ਰੈਂਟ ਰੂਟ ਜੇ ਉਹ, ਕਿਉਂਕਿ ਉਹਨਾਂ ਦੇ ਰੈਂਟ ਰੂਟ ਸਭ ਦੇ ਵੇਵ ਆਫ ਹੋ ਚੁੱਕੇ ਨੇ ਸਰ। ਸਾਰੇ ਜਿਹੜੇ ਜਿੱਥੇ ਇੱਕ ਦੋ ਕਮਰੇ 'ਚ ਰਹਿੰਦੇ ਸੀ ਸਾਰੇ ਸਮਝਦੇ ਨੇ ਵੀ ਇਹ ਰੈਂਟ ਨਹੀਂ ਦੇ ਸਕਦੇ, ਤੇ ਇਸ ਕਰਕੇ ਉਹਨਾਂ ਦੀ ਰੈਂਟ ਉਹਨਾਂ ਨੇ ਆਲਮੋਸਟ ਵੇਵ ਆਫ ਕਰ ਚੁੱਕੇ ਨੇ ਸਰ। ਅਗਲਾ ਕਾਲਰ ਲਓ ਸਰ। ਹਾਂਜੀ ਸਰ, ਨੈਕਸਟ ਕੌਣ ਸੱਜਣ? ਜਸਵਿੰਦਰ ਜੀ 538। ਮੇਰਾ ਸੋਨਪਾਲ ਸਾਹਿਬ ਵੀ ਆ ਗਏ ਨੇ ਸ਼ਾਇਦ। ਸਰ ਮੈਂ हेलो हेलो। हाँ जी सर, नेक्स्ट कौन कोई अपना पॉइंट ऑफ सर व्यू रखना चाहते हैं? मैं जसदीप सर, मैं जसदीप है जी, प्लॉट नंबर 328 ਤੋਂ। जी सर। ਸਰ ਜਿਵੇਂ ਤੁਸੀਂ ਹੁਣੇ ਮੈਂਸ਼ਨ ਕੀਤਾ ਸੀਗਾ ਜੀ ਕਿ ਯੂ ਹੈਵ ਮੈਟ ਅ ਗਰੁੱਪ ਆਫ ਵਰਕਰਸ ਜਿਹੜੇ ਕਹਿ ਰਹੇ ਸੀਗੇ ਕਿ ਵੀ ਡੋਨਟ ਇਵਨ ਐਕਸਪੈਕਟ ਕਿ ਸਰ ਯੂ ਆਰ ਫੋਰਚੂਨੇਟ ਇਨਫ ਟੂ ਹੈਵ ਸੱਚ ਵਰਕਰਸ। ਪਹਿਲੀ ਗੱਲ ਤਾਂ ਸਰ, ਪਰ ਅਸਲ 'ਚ ਸਰ ਗਰਾਊਂਡ ਰਿਐਲਿਟੀ ਇਹ ਹੈ ਕਿ ਸਾਰਿਆਂ ਲਈ ਸੱਚ ਨਹੀਂ ਹੈਗਾ ਜੀ। ਟਾਕਿੰਗ ਅਬਾਊਟ ਮਾਈ ਸੈਲਫ, ਮੇਰੀ ਇੰਡਸਟਰੀ ਦੇ ਵਿੱਚ ਵੀ ਸਰ ਉਹ ਜੇ ਅਸੀਂ ਐਗਜ਼ਾਮਪਲ ਲੈ ਕੇ ਚੱਲੀਏ ਕਿ ਜੀ ਫਲਾਣੀ ਇੰਡਸਟਰੀ ਨਹੀਂ ਦੇ ਰਹੀ, ਦੈਨ ਦੇ ਬ੍ਰਿੰਗ ਐਨ ਐਗਜ਼ਾਮਪਲ ਜੀ ਕਿ ਫਲਾਣੀ ਦੇ ਰਹੀ ਹੈ। ठीक कह रहे हो ਤੁਸੀਂ। So we cannot really conclude, and on the whole sir ਇੱਕ ਅਮਾਉਂਟ ਤੇ ਹਾਂਜੀ ਸਰ ਇੱਕ ਅਮਾਉਂਟ ਦੱਸੋ ਆਪਾਂ ਕਿੱਥੇ ਸੈਟਲ ਕਰੀਏ। ਆਪਾਂ 3000 4000 5000 ਜੋ ਵੀ ਆਪਾਂ ਸੈੱਟ ਕਰਨੀ ਆ ਉੱਥੇ ਆਈਏ ਸਰ। ਸਰ ਮੇਰੇ ਵਾਲੀ ਆਵਾਜ਼ ਹੀ ਨਹੀਂ ਆ ਰਹੀ।
ਲਓ, ਜਿੰਨਾ ਅਮਾਉਂਟ ਆਪਾਂ ਦੇ ਸਕਦੇ ਆ ਨਾ ਅਪ੍ਰੈਲ ਦਾ ਸਰ, ਉਹ ਦੱਸੋ, ਸੁਜੈਸਟ ਕਰੋ ਕਿੰਨਾ ਦੇ ਸਕਦੇ ਆ, ਦੈਟਸ ਆਲ। ਪਰਸੈਂਟੇਜ ਵਿੱਚ ਦੱਸ ਦਿਓ, ਪਰਸੈਂਟੇਜ ਦੱਸ ਦਿਓ, ਜਾਂ ਮਤਲਬ ਲਮਸਮ ਦੱਸ ਦਿਓ ਕਿੰਨਾ ਕੁ ਦੇ ਸਕਦੇ ਆ, ਦੇਣਾ ਚਾਹੀਦਾ To ਆਪਾਂ be ਨੂੰ। honest, sir, I've already given out 50%. ਹਾਂਜੀ ਸਰ। ਹਾਂਜੀ ਜਸਵਿੰਦਰ ਜੀ 538 अपना माइक अनम्यूट करो जी जसविंदर जी। रूप राय जी नु पूछ लो, रूप राय जी अपना माइक अनम्यूट करके दसो। रूप राय जी दसो जी, अनम्यूट करता ਤੁਹਾਨੂੰ मैं कह रहा सर सारे मिलके सेटल कर लो और सर सारे दसो ना, दसो तुसी दसो। मैं कह रहा सारे जने मिलके जहाँ प्रधान जी जो कहेंगे वो एक अमाउंट सेटल कर लो, उस तो बाद सारी फैक्ट्रियां जो भेज दो ताकि ਅਸੀਂ ਵੀ ਵਰਕਰਾਂ ਨੂੰ ਦਿਖਾ ਸਕੀਏ ਕਿ ਸਾਰੀ ਫੈਕਟਰੀਆਂ 'ਚ ਇਹ ਹੋਇਆ ਫਾਈਨਲ। ਹੈਲੋ ਸਰ ਉਹੀ ਪੁੱਛ ਰਹੇ ਆ ਕਿੰਨਾ ਅਮਾਉਂਟ ਸਰ ਤੁਸੀਂ ਤੁਸੀਂ ਸੋਚਦੇ ਹੋ ਕਿ ਆਪਾਂ ਅਮਾਉਂਟ ਫਾਈਨਲ ਦੱਸੋ ਕਰੀਏ। ਨਾ, ਤੁਸੀਂ ਦੱਸੋ। ਸਰ ਮੇਰੇ ਵੱਲੋਂ 3000 ਸਫੀਸ਼ੀਐਂਟ ਹੈ ਸਰ। ਠੀਕ ਹੈ ਸਰ। ਸਰ ਆਪਾਂ ਮੇਰਾ ਖਿਆਲ ਹੈ ਸਰ ਪ੍ਰਧਾਨ ਜੀ ਆਪਾਂ 2500 3 ਦੇ ਵਿੱਚ ਸੈਟਲ ਕਰ ਲਓ, ਕੁਝ ਵੀ ਫਿਗਰ 3000 ਵੀ ਠੀਕ ਅੱਛੀ ਫਿਗਰ ਹੈ ਤੇ 3000 ਰੁਪਇਆ ਦੱਸੋ, ਜੇ ਬਾਕੀ ਸਾਰਿਆਂ ਨੂੰ ਮਨਜ਼ੂਰ ਹੈ ਤਾਂ ਆਪਾਂ 3000 ਫਿਕਸ ਕਰ ਦਈਏ ਜਾਂ 2.5 ਕਰਨਾ ਹੈ परसेंटेज कर लो जी, बेटर है। 3000 का ਆਪਾਂ ਸਿਰਫ ਲੇਬਰ ਦੀ ਗੱਲ ਕਰ ਰਹੇ ਜੀ। ਵਾਟ ਅਬਾਊਟ ਦੀ ਮੈਨੇਜਰਸ ਐਂਡ ਦੀ ਅਦਰ ਇੰਜੀਨੀਅਰਸ। ਸਰ ਇਸ ਵਕਤ ਹਾਲਾਤ ਇਹ ਨੇ ਕਿ ਸਿਰਫ ਲਾਈਵਲੀਹੁੱਡ ਆਪਾਂ ਨੇ ਦੇਖਣੀ ਆ, ਆਪਾਂ ਨੇ ਪ੍ਰੋਫਾਈਲ ਨਹੀਂ ਦੇਖਣਾ ਸਰ। ਹਾਂਜੀ ਹਾਂਜੀ ਹੈ ਨਾ ਕਿ ਜੀ ਸਾਰਿਆਂ ਵਾਸਤੇ ਸਮੱਸਿਆ ਸਰ ਇੱਕੋ ਰੱਖੋ, ਸਾਰਿਆਂ ਨੂੰ ਪੈਰਲਲ ਰੱਖੋ, ਸਿਰਫ ਉਹਨਾਂ ਨੂੰ 3000 ਸੈਟ ਹੈ ਸਰ। ਜਸਵੀਰ ਜੀ 3000 ਰੁਪਇਆ ਠੀਕ ਹੈ, ਪਰਸੈਂਟੇਜ ਤੇ ਨਾ ਜਾਓ ਤੁਸੀਂ। ਨਾ ਪਰਸੈਂਟੇਜ ਨਹੀਂ, ਆਪਾਂ ਇੱਕ ਸਰਕਲ ਬਣਾ ਦੇ 3000 ਦਾ ਕੋਈ ਨਹੀਂ, ਇਹ ਖਤਮ ਹੋ ਗਿਆ ਮੁੱਦਾ। ਅਗਲਾ ਮੁੱਦਾ ਆਨੇ ਆ ਜੀ। ਬਿਲਕੁਲ ਅਗਲਾ ਮੁੱਦਾ ਪਰ ਸਰ ਮੇਰੇ ਕੋਲ ਸਰਕੂਲਰ ਭੇਜ ਦੇਣਾ ਸਾਰੀ ਫੈਕਟਰੀਆਂ ਜੀ। ਹਾਂਜੀ ਸਰ ਦੱਸੋ ਤੁਸੀਂ ਜਸਵੀਰ ਜੀ ਪਲੀਜ਼। ਮੇਰੇ ਕੋਲ ਇੱਕ ਮੁੱਦਾ ਆ ਰਿਹਾ ਸੀਗਾ ਵੀ ਉਹ ਕਿਤੇ ਕਿਰਾਏ ਤੇ 40000 ਰੁਪਏ ਕਿਰਾਏ ਤੇ ਆ। हेलो ਹਾਂਜੀ ਹਾਂਜੀ ਸ਼ੁਰੂ ਕਰੋ। ਇੱਕ ਬੰਦਾ ਮੇਰੇ ਕੋਲ ਆਇਆ, ਉਹ 40000 ਰੁਪਏ ਕਿਰਾਇਆ ਦੇ ਰਿਹਾ ਕਿਤੇ। ਅੱਛਾ ਜੀ। ਉਹ ਕਹਿੰਦਾ ਕਿਰਾਏ ਦਾ ਬੜਾ ਮੁਸ਼ਕਿਲ ਹੈ, ਤਾਂ ਮੈਂ ਕੀ ਕਰ ਸਕਦਾ ਵੀ ਮੈਨੂੰ ਤਾਂ ਡੰਡਾ ਦਿੱਤਾ ਹੋਇਆ ਪੂਰਾ। ਫਿਰ ਮੈਂ ਉਹਨੂੰ ਕਹਿ ਕੇ ਭੇਜਦਾ ਵੀ ਦੇਖੋ ਹੋ ਸਕਦਾ ਉਸ ਬੰਦੇ ਦਾ ਕਿਰਾਏ ਦੇ ਸਿਰ ਤੇ ਗੁਜ਼ਾਰਾ ਹੁੰਦਾ ਹੋਵੇ। ਹਾਂਜੀ ਤੇ ਕੁਝ ਉਹ ਵੀ ਕਿਰਾਏਦਾਰਾਂ ਵਾਸਤੇ ਵੀ ਕੁਝ ਸੈੱਟ ਕਰ ਲਈਏ ਵੀ 50% ਦੇਣਗੇ, 70% ਦੇਣਗੇ, 80% ਦੇਣਗੇ, ਕੁਝ ਏਦਾਂ ਕਰ ਲਈਏ। ਪਰ ਐਸਾ ਹੈਗਾ ਜਸਵੀਰ ਜੀ, ਸਾਡੇ ਕੋਲ ਕਿਆ ਕੋਈ ਐਸੀ ਅਥਾਰਟੀ ਹੈਗੀ ਕਿ ਅਸੀਂ ਇਸ ਤਰ੍ਹਾਂ ਸੈੱਟ ਕਰ ਲਈਏ? ਮੇਰੇ ਕੋਲ ਅਥਾਰਟੀ ਦਾ 3000 ਸੈੱਟ ਕਰ ਦੀ। ਨਹੀਂ ਮੈਂ ਉਂਝ ਕਹਿ ਰਹੇਗਾ ਸਰ ਮੈਂ ਬੋਲ ਸਕਦਾ? ਹੈਲੋ ਹਾਂਜੀ ਵਾਲੀ ਹਾਂਜੀ ਹਾਂਜੀ ਸਰ। ਸਰ ਇੱਕ ਕੱਲ ਆਪਣੇ ਸਰਕੂਲਰ ਵੀ ਹੋਈ ਹੈ ਗਰੁੱਪਸ ਦੇ ਵਿੱਚ, ਸੁਪਰੀਮ ਕੋਰਟ ਦੀ ਰੂਲਿੰਗ ਆਈ ਹੈ ਵੀ ਰੈਂਟ ਸ਼ੁੱਡ ਬੀ ਪੇਡ by everyone, either it is commercial or industrial or residential। ਜਿਹੜੀ ਕਿ ਵਕੀਲਾਂ ਨੇ ਪਾਈ ਸੀਗੀ ਸੁਪਰੀਮ ਕੋਰਟ ਦੇ ਵਿੱਚ, ਉਹਦੇ ਚ ਕੀ ਹੈਗਾ ਕਿ ਹੁਣ ਮਤਲਬ ਰੈਂਟ ਤਾਂ ਦੇਣਾ ਹੀ ਪਏਗਾ, ਪਰ ਗਵਰਨਮੈਂਟ ਕੀ ਕਹਿ ਰਹੀ ਸੀਗੀ ਕਿ ਤੁਸੀਂ ਪ੍ਰੈਸ਼ਰਾਈਜ਼ ਨਹੀਂ ਕਿਸੇ ਨੂੰ ਕਰਨਾ, ਤੁਸੀਂ ਕਿਸ਼ਤਾਂ ਦੇ ਵਿੱਚ ਅੱਗੇ ਰੈਂਟ ਲੈ ਲਿਓ ਜਿਹੜਾ ਲੈਣਾ ਹੈਗਾ। ਮੈਂ ਇਹੀ ਕਹਿ ਰਿਹਾ ਸੀਗਾ ਜੀ ਕਿ ਸੁਪਰੀਮ ਕੋਰਟ ਦੀ ਜਦ ਰੂਲਿੰਗ ਆ ਗਈ ਅਸੀਂ ਕਿਸ ਤਰ੍ਹਾਂ ਉਹ ਦੱਸ ਇੱਕ ਸੈਕਿੰਡ ਸਰ ਵਾਲੇ ਸਾਹਿਬ, ਉਹ ਜਿਹੜੀ ਇਹਨਾਂ ਨੇ ਪੈਟੀਸ਼ਨ ਪਾਈ ਸੀਗੀ, ਉਹ ਰੈਂਟਰਸ ਨੇ ਪੈਟੀਸ਼ਨ ਪਾਈ ਸੀਗੀ ਹਾਈ ਕੋਰਟ ਦੇ ਵਿੱਚ ਕਿ ਇਹ ਵੇਵ ਆਫ ਕਰ ਦਿੱਤੇ ਜਾਣ ਰੈਂਟ, ਤੇ ਉਹ ਰਿਜੈਕਟ ਹੋ ਗਈ ਆ। ਉਹਨਾਂ ਨੇ ਇਹਨੂੰ ਰਿਜੈਕਟ ਕਰਤਾ। ਉਹ ਕਹਿੰਦੇ ਇਹ ਆਪਸ ਦੇ ਵਿੱਚ ਮਿਊਚੁਅਲ ਸੈਟਲਮੈਂਟ ਹੈ। Excuse me, sir. Between renter and rentee, it is a mutual settlement। ਮੇਰਾ ਖਿਆਲ ਹੈ ਜਸਵੀਰ ਜੀ ਆਪਾਂ ਇਸ ਨੂੰ ਮਿਊਚੁਅਲ ਤੱਕ ਹੀ ਰਹਿਣ ਦਈਏ ਤਾਂ ਜ਼ਿਆਦਾ ਬਿਹਤਰ ਨਹੀਂ ਰਹੇਗਾ। ਤੁਸੀਂ ਕੀ ਸੋਚਦੇ ਹੋ ਸਰ? ਜੀ ਸਰ ਜੀ ਬਿਲਕੁਲ ਪ੍ਰਧਾਨ ਜੀ। ਮੈਂ ਸਰ ਮਿਊਟ ਹੀ ਰਹਿਣਾ ਚਾਹੀਦਾ ਹੈ। ਦੁਬਾਰਾ ਬੋਲੋ ਸਰ, ਤੁਸੀਂ ਮਿਊਟ ਹੋ ਗਏ ਸੀ, ਅਨਮਿਊਟ ਸਰ ਦੁਬਾਰਾ ਦੱਸੋ, ਬੋਲੋ। ਮੈਂ ਕਹਿ ਰਿਹਾ ਜੀ ਇਹ ਮਿਊਚੁਅਲ ਹੀ ਹੋਣਾ ਚਾਹੀਦਾ, ਕੋਈ ਦਿੱਕਤ ਨਹੀਂ ਹੈ, ਪਰ ਕਹਿਣ ਦਾ ਮਤਲਬ ਵੀ ਕਿਤੇ ਲੜਾਈ ਵੀ ਨਾ ਹੋਵੇ।
ਸਰ ਦੇਖੋ ਜੇ ਇਹ ਝਗੜੇ ਤਾਂ ਟੂ ਬੀ ਵੈਰੀ ਫਰੈਂਕ ਕੁਝ ਹੋ ਸਕਦੇ ਨੇ, ਪੋਸਿਬਿਲਿਟੀ ਹੈ, ਲੇਕਿਨ ਉਹਨਾਂ ਨੂੰ ਆਪਾਂ ਉਹਨਾਂ ਤੱਕ ਹੀ ਸੀਮਤ ਰਹਿਣ ਦਈਏ। ਜੇ ਕਿਤੇ ਆਪਾਂ ਇੰਟਰਵੀਨ ਕਰਕੇ ਦੋਨਾਂ ਦੇ ਵਿੱਚ ਸੁਲਹ ਸਫਾਈ ਕਰਾ ਸਕੀਏ ਤਾਂ ਕਰਾ ਦਾਂਗੇ, ਲੇਕਿਨ ਇਹਨੂੰ ਆਪਾਂ ਇੱਕ ਪ੍ਰੈਜ਼ੀਡੈਂਸ ਫਰੋਮ MCIC ਨਾ ਆਪਾਂ ਕ੍ਰੀਏਟ ਕਰੀਏ। ਓਕੇ ਸਰ, ਬਿਲਕੁਲ ਠੀਕ ਕਹਿ ਰਹੇ ਹੋ ਢੀਂਡਸਾ ਸਾਹਿਬ, ਤੁਸੀਂ ਠੀਕ ਕਹਿ ਰਹੇ ਹੋ। ਓਕੇ ਸਰ। ਤੇ ਦੂਜਾ ਸਰ ਜਿਹੜੇ ਇਸ਼ੂਜ਼ ਆਪਾਂ ਨੂੰ ਹੁਣ ਇਸ ਵਕਤ ਇੰਡਸਟਰੀ ਦੇ ਵਿੱਚ ਮੇਨਲੀ ਆ ਰਹੇ ਨੇ, ਇੱਕ ਵਰਕਰਸ ਦਾ ਆਪਾਂ ਨੇ ਕਰ ਲਿਆ ਹੈਗਾ, ਆਪਾਂ ਨੇ 3000 ਰੁਪਇਆ ਹਰੇਕ ਵਰਕਰ ਨੂੰ ਦੇ ਦੇਣਾ ਹੈਗਾ ਜੀ। ਤੇ ਆਪਾਂ ਮੇਰੇ ਖਿਆਲ ਹੈ ਕਿ ਇਸ ਤੇ ਸੀਮਤ ਰਹੀਏ ਸਾਰੇ ਜਾਣੇ ਤਾਂ ਚੰਗੀ ਗੱਲ ਹੈ, ਕਿਉਂਕਿ ਅਦਰਵਾਈਜ਼ ਵਰਕਰਸ ਐਕਸਪਲੋਇਟ ਕਰਨਾ ਸ਼ੁਰੂ ਕਰ ਦੇਣਗੇ, ਇੱਕ ਦੂਜੇ ਵੱਲ ਭੱਜਣੇ ਸ਼ੁਰੂ ਹੋ ਜਾਣਗੇ। ਔਰ ਇੱਕ ਮੇਰੀ ਨਿੱਕੀ ਜਿਹੀ ਬੇਨਤੀ ਸਾਰਿਆਂ ਨੂੰ ਹੋ ਰਿਹਾ ਹੈ ਕਿ ਸਾਰੇ ਸਮਝਦਾਰ ਨੇ ਇਸ ਗੱਲ ਤੋਂ, ਆਪਣਾ ਹਰੇਕ ਸਾਹਮਣੇਗਾ, ਕੋਈ ਦਿੱਕਤ ਨਹੀਂ। ਆਪਾਂ ਜਿਹੜਾ DC ਸਾਹਿਬ ਨੂੰ ਏਜੰਡਾ ਦੇਣਾ ਹੈਗਾ, ਜਿਹੜਾ DC ਸਾਹਿਬ ਨਾਲ ਮੀਟਿੰਗ ਏਜੰਡਾ, ਉਹਦਾ ਏਜੰਡਾ ਤਿਆਰ ਕਰਾ ਲਓ, ਲੋਕਾਂ ਤੋਂ ਲੈ ਲਓ ਰਾਏ ਕੀ ਹੈ। ਸਰ ਪੁਆਇੰਟ ਦੱਸੋ ਜੀ ਮੈਨੂੰ, ਕੋਈ DC ਸਾਹਿਬ ਨਾਲ ਆਪਾਂ ਨੇ ਜਿਹੜੀ ਵੀਡੀਓ ਕਾਨਫਰੰਸਿੰਗ ਕਰਨੀ ਹੈ ਉਹ ਕਿਸ ਪੁਆਇੰਟਸ ਦੇ ਉੱਤੇ ਆਪਾਂ ਨੂੰ ਕਲੈਰੀਫਾਈ ਜਾਂ ਆਪਾਂ ਉਹਨਾਂ ਤੋਂ ਕਲੈਰੀਫਿਕੇਸ਼ਨ ਚਾਹੁੰਦੇ ਆ, ਜਾਂ ਆਪਾਂ ਉਹਨਾਂ ਵੱਲੋਂ ਕੋਈ ਪ੍ਰੋਵੀਜ਼ਨ ਚਾਹੁੰਦੇ ਆ? 10 ਪੁਆਇੰਟ ਕਰ ਲਓ ਸਰ, ਲਿਖ ਲਓ, ਇੱਕ ਬੰਦਾ ਹੀ ਗੱਲ ਕਰੇਗਾ, ਆਪਾਂ ਕਰ ਲਾਂਗੇ। ਦੱਸੋ ਸਰ। ਢੀਂਡਸਾ ਜੀ ਹੈਲੋ ਜੀ ਸਰ। ਜੀ ਹਾਂਜੀ ਆਨੰਦ ਸਾਹਿਬ। ਹਾਂਜੀ ਆਨੰਦ ਸਾਹਿਬ। ਮੈਂ ਕਹਿ ਰਿਹਾ ਕਿ ਆਪਾਂ ਦੇਖੋ ਫਾइनेंस मिनिस्टर ने कुछ ਆਪਾਂ ਨੂੰ ਦੇਣਾ ਚਾਹੁੰਦੀ ਹੈ, ਸ਼ਾਇਦ ਅੱਜ ਜਾਂ ਕੱਲ ਅਨਾਉਂਸ ਕਰੇਗੀ। ਆਪਾਂ ਉਦੋਂ ਤੱਕ ਕੋਈ ਸੈਲਰੀ ਦੀ ਗੱਲ ਨਾ ਕਰੋ, ਸ਼ਾਇਦ ਉਹ ਆਪਾਂ ਨੂੰ ESI ਦੇ ਥਰੂ ਦੇ ਦੇਣ। ਆਪਾਂ ਇਹਨੂੰ ਇਹ ਮੁੱਦੇ ਨੂੰ ਜੇ ਰੁਕਿਆ ਰਹਿਣ ਦੋ, 2-4 ਦਿਨ ਦੇਖ ਲਓ, ਸ਼ਾਇਦ ESI ਤੋਂ ਸਾਨੂੰ ਕੁਝ ਮਿਲ ਜਾਵੇ। ਆਨੰਦ ਸਾਹਿਬ ਇੱਕ ਮਿੰਟ, ਮੇਰੀ ਚੀਮਾ ਸਾਹਿਬ ਨਾਲ ਗੱਲ ਹੋਈ ਸੀਗੀ, CII ਵੱਲੋਂ ਵੀ ਇਹੀ ਹੋ ਰਿਹਾ ਵੀ ESI ਵੱਲੋਂ ਕੋਸ਼ਿਸ਼ ਕੀਤੀ ਜਾਏ। ਉਹ ਸਰ ਪਤਾ ਨਹੀਂ ਕਿੰਨਾ ਕੁ ਲੰਬਾ ਚੱਲਣਾ ਹੈ। 3000 ਮੇਰਾ ਖਿਆਲ ਆਪਾਂ ਨੂੰ ਜੇ ਉਹ ESI ਨੇ ਦੇਤਾ, ਵਰਕਰਾਂ ਨੂੰ ਆਪਣਿਆਂ ਨੂੰ ਬੋਨਸ ਹੋ ਜਾਊਗਾ। ਜੇ ESI ਨੇ ਨਾ ਦਿੱਤਾ ਤਾਂ ਕੋਈ ਗੱਲ ਨਹੀਂ, ਆਪਾਂ ਉਹਨੂੰ 3000 ਤਾਂ ਆਪਾਂ ਦੇ ਦਈਏ ਨਾ ਸਰ। समस्या ये हो रखी है ना जी, समस्या ये हो रखी है कि देखो आप मार्च का कोई पैसा नहीं कटिया, अगर आप 8ਵੀं जाके देखिए उससे लोगों ने मार्च से ही पैसे कटे हैं, ठीक है। आप आज इधर चलन तो ਅਨਾਜ ਸਾਹਿਬ ਤੁਹਾਨੂੰ ਕਿਹਨੇ ਕਿਹਾ ਸੀ ਪੂਰੇ ਦਿਓ है जी, ਤੁਹਾਨੂੰ ਕਿਹਨੇ ਕਿਹਾ ਸੀ ਪੂਰੇ ਦਿਓ? नहीं तो मार्च का देने सी ना जी पूरे, ਮਾਰਚ 23 ਤਰੀਕ ਤੱਕ ਦੇਣੀ ਸੀਗੀ, 8 ਦਿਨ ਤੱਕ ਘੱਟ ਦੇਣੇ ਸੀਗੇ ਆਪਾਂ। तो ਆਪਾਂ तो देख के ना जी पूरे में। अच्छा एक मिनट एक छोटी जी अनाउंसमेंट सर, एक छोटी जी अनाउंसमेंट, अगर कोई डिस्कनेक्ट हो गया तो उसे लिंक ਦੇ ਨਾਲ ਵਾਪਸ ਆ ਜਾਵੇ, ਉਹ ਸੇਮ ਲਿੰਕ ਵਰਕ ਕਰੇਗਾ, ਉਸੇ ਲਿੰਕ ਤੇ ਵਾਪਸ ਆ ਜਾਵੇ। ਜੀ ਸਰ ਕੰਟੀਨਿਊ ਪ੍ਰਧਾਨ ਜੀ। मेरी ये रिक्वेस्ट है कि अजे 2-4 दिन वेट कर लो, ये फैसला ना पाओ व्हाट्सएप पे ना पाओ, 2-4 दिन वेट कर लो। सीतारमण शायद कुछ ਆਪਾਂ ਨੂੰ ਕੋਈ ਦਵੇ, ਕਿਉਂਕਿ ਉਹਨੇ ਕਿਹਾ ਅਨਾਉਂਸਮੈਂਟ ਕਰੇਗੀ 2-4 ਦਿਨਾਂ ਦੇ ਵਿੱਚ ਵਿੱਚ। ਅੱਛਾ ਜੀ ਦੇ ਦੂਗੀ, ਕੀ ਜਾਂਦਾ ਦੇਣਾ ਨਹੀਂ, ਆਪਾਂ ਬਰਕਰ ਕਦ ਤੱਕ ਬਿਠਾ ਕੇ ਰੱਖਾਂਗੇ। ਜਸਵੀਰ ਜੀ, ਵੀਰ ਜੀ ਅੱਜ 13 ਤਰੀਕ ਹੋ ਗਈ ਹੈ, ਅਸੀਂ ਕਦੋਂ ਤੱਕ ਹੋਲਡ ਕਰਾਂਗੇ ਵਰਕਰਸ ਨੂੰ? ਉਹ ਤਾਂ ਮੈਂ ਆਪ ਦਿਓ ਯਾਰ। आनंद साहब 3000 is not a substantial amount। वाले साहब कुछ कहना चाहते हैं सर, आलू वाले साहब कुछ कहना चाहते हैं जी? प्रधान जी ऐसा है, हाँ जी आलू वाले साहब। ਇਸ ਤਰ੍ਹਾਂ ਪ੍ਰਧਾਨ ਜੀ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਅੱਜ ਦੀ ਜਿਹੜੀ ਅਨਾਉਂਸਮੈਂਟ ਜਿਹੜੀ ਫਾਈਨੈਂਸ ਮਿਨਿਸਟਰ ਨੇ ਕਰਨੀ ਹੈ, ਸਾਡੇ ਉੱਤੇ ਉਹਦਾ ਕੋਈ ਅਸਰ ਪੈਂਦਾ ਚੰਗਾ ਕਿ ਨਹੀਂ ਪੈਂਦਾ, ਉਹਨੂੰ ਵੇਟ ਕਰਕੇ ਤੁਸੀਂ ਆਪਣੇ ਵਰਕਰਸ ਨੂੰ ਜੋ ਦੇਣਾ ਹੈ ਪਲੀਜ਼ ਸ਼ੋ them as advance, don't use the word ਕਿ ਵੀ ਅਸੀਂ percentage ਦੇ ਰਹੇ ਹਾਂ, ਸੈਲਰੀ ਦੇ ਰਹੇ ਹਾਂ, ਕੀ ਦੇ ਰਹੇ ਹਾਂ। it is a help which is given from our side ਤਾਂ ਕਿ ਤੁਹਾਡਾ ਘਰ ਦਾ ਰਾਸ਼ਨ ਪਾਣੀ ਚੱਲੀ ਜਾਏ। ਕਿਸੇ ਨੇ 2 ਦੇਣਾ ਹੈ, 4 ਦੇਣਾ ਹੈ, 5 ਦੇਣਾ ਹੈ, please leave it to them, but only advice is कि don't book it as salary till that time finance minister comes out। ਆਲੂ ਵਾਲੇ ਸਾਹਿਬ ਅਸੀਂ ਆਪਣੇ ਨੂੰ ਇੰਡਸਟਰੀਜ਼ ਕਹਿ ਰਹੇ ਹਾਂ ਔਰ ਆਪਾਂ 3000 ਤੇ ਸੈਟਿੰਗ ਨਹੀਂ ਕਰ ਪਾਏ, 50 ਮਿੰਟ ਹੋ ਚੁੱਕੇ ਇਸ ਗੱਲ ਦੇ ਉੱਤੇ। नहीं मैं सिर्फ इतनी गल कह रहा जी, 1 मिनट। हाँ जी सर। मैं मेरी रिक्वेस्ट सिर्फ ये है कि जिन्हें जो देना है दे दो, 3000 देना है 3000 दे दो, बट प्लीज बुक इट एज एडवांस एट प्रेजेंट। बिल्कुल ठीक है ਤੁਹਾਡੀ, ठीक गल है सर, ठीक है सर। चलो अपना कंसेंसस हो गया 3000 के उत्ते, ਉਹਦਾ ਜੋ ਵੀ ਹੈਡ ਬਣੇਗਾ ਉਹ ਬਾਅਦ ਚੋਂ ਦੇਖੀ ਜਾਏਗੀ। बिल्कुल ठीक कह रहे हो सर, बिल्कुल ठीक कह रहे हो। आने वाले साल का पॉइंट बड़ा अच्छा है। कर रही है तैयार के हले वेट कर रही है कि अपन
ਕੀ ਕਹਿ ਰਹੇ ਹੋ ਸਰ? ਤੁਹਾਡੀ ਆਵਾਜ਼ ਕੱਟ ਰਹੀ ਹੈ। ਡੀ ਸਾਹਿਬ ਨਾਲ ਇੱਕ ਮੀਟਿੰਗ ਰੱਖੀ ਅਸੀਂ ਜ਼ੂਮ ਤੇ, ਉਹਦੇ ਵਾਸਤੇ ਅਸੀਂ ਏਜੰਡਾ ਤਿਆਰ ਕਰਨਾ, ਉਹਦੇ ਵਾਸਤੇ ਅਸੀਂ ਐਡਵਾਈਸ ਹੈ ਕਿ ਕੀ ਏਜੰਡਾ ਤਿਆਰ ਕਰੀਏ। 10.2 का you are giving this as a help to workers. ਢੀਂਡਸਾ जी मैं कुछ कमा? Sure sir, please. जुगल जी please. ਢੀਂਡਸਾ जी इदा जिवें आनंद जी ने कहा ना ESI वाला इशू, ਅਸੀਂ ਇਸ ਵੇਲੇ ਜਿਹੜਾ ਇਸ਼ੂ ਡਿਸਕਸ ਕਰ ਰਹੇ ਹਾਂ ਇਟ ਇਜ਼ ਫॉर द both so the industries. ESI ਵਾਲੇ ਜਿਹੜੇ ਕਵਰਡ ਨੇ ਔਰ ਜਿਹੜੇ ਨਾਨ ਕਵਰਡ ਨੇ, ਜਿਹੜੇ 10 ਤੋਂ ਥੱਲੇ ਵਾਲੇ ਨੇ। ਤੇ ਸਪੋਜ਼ ਅਗਰ ਅਸੀਂ ESI ਵਾਲੇ ਕਵਰਡ ਜਿਹੜੇ ਨੇ ਉਹਨਾਂ ਨੂੰ 3000 ਰੁਪਏ ਦੇ ਵੀ ਦੇਣੇ ਆ, ਤੇ ਕੱਲ ਨੂੰ ਅਗਰ ESI ਉਹਨਾਂ ਨੂੰ ਕੰਪਨਸੇਸ਼ਨ ਦੇ ਦਿੰਦੀ ਹੈ ਤਾਂ we can convert that money into their advance. ਸਰ ਕੋਈ ਇਸ਼ੂ ਨਹੀਂ ਹੈਗਾ, ਠੀਕ ਹੈ। ਉਹੀ ਗੱਲ ਉਹਨਾਂ ਨੇ ਕਹੀ ਹੈ ਵਾਲੀਆ ਸਾਹਿਬ ਨੇ ਕਿ ਵੀ ਇਹਨੂੰ ਐਜ਼ ਏ ਐਡਵਾਂਸ ਹੋਣਾ। ਬਿਲਕੁਲ ਐਬਸੋਲੂਟਲੀ। ਰਿਕੁਐਸਟ ਕਰ ਰਹੇ ਹਾਂ ਜੀ ਕਿ ਆਪਾਂ ਜਿਹੜੇ ਡੀਸੀ ਸਾਹਿਬ ਨਾਲ ਡਿਸਕਸ਼ਨ ਕਰਨੀ ਹੈ ਨਾ ਜੀ, ਇਹ ਆਪਣੀ ਮਿਊਚੁਅਲ ਸੈਟਲਮੈਂਟ ਹੈ ਜਿਹੜੀ ਆਪਣੀ ਐਸੋਸੀਏਸ਼ਨ ਦੀ ਹੈ, ਜਾਂ ਕਿੰਨੇ ਪੈਸੇ ਦੇਣੇ ਕਿੰਨੇ ਨਹੀਂ ਦੇਣੇ। ਜਿਹੜੇ ਡੀਸੀ ਸਾਹਿਬ ਨਾਲ ਆਪਾਂ ਨੇ ਗੱਲਾਂ in the relation to industry, ਵੀ ਉਹ ਇੰਡਸਟਰੀ ਦੇ ਆਪਾਂ ਨੇ ਕੀ ਪੁਆਇੰਟਸ ਆਪਾਂ ਉਹਨਾਂ ਨਾਲ ਡਿਸਕਸ ਕਰੀਏ। ਜੇ ਤੁਹਾਡੇ ਕੋਲ ਨਹੀਂ ਪੁਆਇੰਟ ਹੈਗੇ ਤਾਂ ਪਲੀਜ਼ ਜਾਂ ਤਾਂ ਮੈਨੂੰ ਮੇਰੇ ਪਰਸਨਲ WhatsApp ਤੇ ਭੇਜ ਦਿਓ ਜਾਂ ਗਰੁੱਪ 'ਚ ਭੇਜ ਦਿਓ, ਜਿਸ ਤਰ੍ਹਾਂ ਵੀ ਤੁਸੀਂ ਠੀਕ ਸਮਝੋ ਉਵੇਂ ਕਰ ਲਓ ਸਰ। सर आई थिंक द foremost important point इस टाइम जो डीसी साहब ने डिस्कस करने वाला है, जो आज वालिया सर ने ऑडियो क्लिप भेजी सी बॉम्बे दी विच ਉਹ ਸਰ ਡੀਸੀ ਗਵਰਨਮੈਂਟ ਆਫ ਇੰਡੀਆ ਦਾ ਆਰਡਰ ਆ ਯਾਰ। हाँ जी ਸਰ ਗਵਰਨਮੈਂਟ ਆਫ ਇੰਡੀਆ ਦੀ ਐਸਓਪੀ ਆ सर एसओपी ਉਹ ਆਡੀਓ ਦੇ ਵਿੱਚ ਇਹ ਲਿਖਿਆ ਹੋਇਆ ਕਿ ਜੀ ਜੇ ਕੋਈ ਕੋਵਿਡ ਪੀੜਿਤ ਹੈਗਾ ਇੰਸ਼ੋਰੈਂਸ ਤੋਂ ਇਲਾਵਾ ਪਹਿਲਾਂ ਤੋਂ ਪਹਿਲੇ ਦਿਨ ਹੀ ਕਿਹਾ ਸੀ ਮੀਟਿੰਗ ਬੁਲਾ ਕੇ, ਅਸੀਂ ਤੁਹਾਨੂੰ ਸਭ ਨੂੰ ਦੱਸਿਆ ਸੀ ਵੀ ਅਗਰ ਕਿਸੇ ਦਾ ਵਰਕਰ ਪੋਜ਼ਿਟਿਵ ਆ ਜਾਂਦਾ ਉਹਦੇ ਨਾਲ ਸਾਰੇ ਵਰਕਰ ਉਹ ਆਪ ਉਹਦੀ ਫੈਮਿਲੀ ਸਾਰੀ ਕੁਆਰੰਟਾਈਨ ਹੋਏਗੀ। ਸਰ ਖਰਚਾ ਕਿੱਥੋਂ ਆਣਾ? ਫਿਰ ਨਾ ਚਲਾਵੇ। ਮੇਰਾ ਪੁਆਇੰਟ ਉਹ ਨਹੀਂ ਹੈਗਾ ਕੁਆਰੰਟਾਈਨ ਕੌਣ ਹੋ ਰਿਹਾ ਕੁਆਰੰਟਾਈਨ ਕੌਣ ਨਹੀਂ ਹੋ ਰਿਹਾ। ਮੇਰਾ ਪੁਆਇੰਟ ਇਹ ਹੈ ਕਿ ਸਰ ਉਹ ਬੰਦੇ ਨੇ ਪਾਲਿਸੀ ਕਰਾਈ ਹੋਈ ਸੀ, ਪਾਲਿਸੀ ਦੇ ਇਲਾਵਾ ਜੋ ਐਕਸਪੈਂਸਿਸ ਸੀਗੇ ਉਹ ਉਹਨਾਂ ਨੇ ਬੰਦੇ ਦੇ ਉੱਤੇ ਪਾਤੇ ਸੀ, ਓਨਰ ਦੇ ਉੱਤੇ। ਸੋ ਆਈ ਥਿੰਕ ਇਹ ਪੁਆਇੰਟ ਡੀਸੀ ਸਾਹਿਬ ਤੋਂ ਕਲੀਅਰ ਕਰਨਾ ਜ਼ਰੂਰੀ ਹੈ ਕਿ ਸਰ ਜੇ ਕੋਈ ਇਹੋ ਜਿਹਾ ਕੇਸ ਆਂਦਾ ਹੂ ਇਜ਼ ਲਾਇਬਲ ਐਂਡ ਟਿਲ ਵਾਟ ਐਕਸਟੈਂਟ। ਕਰ ਲੈਣੇ ਸਰ, ਕਰ ਲੈ, ਲਿਖ ਲਓ। ਓਕੇ, ਕੁਆਰੰਟਾਈਨ ਐਕਸਪੈਂਸ ਲਿਖ ਲਿਆ ਜੀ, ਕੁਆਰੰਟਾਈਨ ਐਕਸਪੈਂਸ ਲਿਖ ਲਿਆ ਜੀ। हाँ जी सर, नेक्स्ट कोई और पॉइंट जी? ਲੱਭ ਲੈਣੇ ਜੀ, ਲੱਭ ਲੈਣੇ ਭਾਈ, ਲੱਭ ਲੈਣੇ। ਸਰ ਜੀ ਇੱਕ ਪੁਆਇੰਟ ਹੋਰ ਸੀਗਾ। हाँ जी हाँ जी हाँ जी, मैं बोला बोलो जी बोलो। अच्छा मैं कह रहा सानू सप्लाई ਦੀ ਬੜੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਆਪਾਂ ਕਿੱਥੇ ਜਾਣ ਨਹੀਂ ਦਿੰਦੇ, ਅੰਬਾਲੇ ਵੀ ਆ ਰਹੀ ਹੈ ਜੀ। ਕੋਰੀਅਰ ਦਾ ਵੀ ਪ੍ਰਧਾਨ ਜੀ ਇੱਕ ਮਿੰਟ ਪ੍ਰਧਾਨ ਜੀ, ਇੱਕ ਮਿੰਟ ਸਰ, ਇੱਕ ਮਿੰਟ ਸਰ ਪ੍ਰਧਾਨ ਜੀ ਜਾਂ ਤਾਂ ਮਿਊਟ ਕਰ ਲਓ, ਇੱਕ ਮਿੰਟ ਗੱਲ ਵਿੱਚੋਂ ਗੜਬੜ ਹੋ ਰਹੀ ਹੈ। ਹਾਂਜੀ ਹਾਂਜੀ ਨੰਦ ਸਾਹਿਬ ਕੀ ਕਹਿ ਰਹੇ ਹੋ? मैं कह रहा सप्लाई की बड़ी प्रॉब्लम आ रही है कि हुन अंबाला भी सामान जाना था, कोरियर कोई जाने को तैयार नहीं है। ਉਹ ਸਰ ਆਪਣਾ ਢਿੰਡਸਾ ਸਾਹਿਬ ਮੇਰੀ ਰਿਕੁਐਸਟ ਹੈ ਇੱਕ ਜੀ, ਇਹ ਹੈ ਵੀ ਆਪਾਂ ਜਿਹੜੇ ਸੁਜੈਸ਼ਨ ਲੈਣੇ ਲੋਕਾਂ ਦੇ ਉਹ ਮੇਰੇ ਪਰਸਨਲ ਤੇ ਮੰਗਾ ਲਓ ਜਾਂ WhatsApp ਤੇ ਮੰਗਾ ਲਓ, ਚਾਹੇ ਲਿਖ ਕੇ ਮੰਗਾ ਲਓ, ਆਪਣੇ ਕੋਲ ਮੰਗਾ ਲਓ, ਇੱਥੇ ਕੋਈ ਨਹੀਂ ਹੋਣਾ। ਸਰ ਐਕਸਕਿਊਜ਼ ਮੀ, ਹਾਂਜੀ ਸਰ ਜੀ ਐਕਸਕਿਊਜ਼ ਸਰ, ਜਿਹੜਾ ਪੁਆਇੰਟ ਉਹਨਾਂ ਨੇ ਜਸਦੀਪ ਨੇ ਚੱਕਿਆ ਸੀ, ਜਿਹੜਾ ਡੀਸੀ ਸਾਹਿਬ ਨਾਲ ਡਿਸਕਸ ਕਰਨ ਵਾਲੀ ਗੱਲ ਇਹ ਹੈ ਵੀ ਉਹਨਾਂ ਨੇ 25,000 ਤੋਂ 1 ਲੱਖ ਤੱਕ ਦੀ ਇੰਸ਼ੋਰੈਂਸ ਕਵਰ ਕੋਵਿਡ ਦੀ ਹੈਗੀ ਹੈ। ਉਹਦੇ ਚ ਇੱਕ ਮਿਨੀਮਮ ਲਿਮਿਟ ਫਿਕਸ ਕਰਤੀ ਜਾਵੇ ਕਿ ਇੰਡਸਟਰੀਜ਼ ਜਿਹਨੇ ਇੰਸ਼ੋਰੈਂਸ ਕਰਾਣੀ ਹੈ ਉਹ ਇੰਨੇ ਅਮਾਉਂਟ ਦੀ ਇੰਸ਼ੋਰੈਂਸ ਜ਼ਰੂਰ ਕਰਾਵੇ। ਠੀਕ ਹੈ ਜੀ। ਸਰ ਮੈਂ ਕੁਝ ਕਹਾਂ ਸਰ ਇਹਦੇ ਤੇ? ਹਾਂਜੀ ਸਰ ਇਦਾਂ ਹੈ ਕਿ ਜਿਹੜੀ 25-50 ਹਜ਼ਾਰ ਵਾਲੀ ਆ ਉਹ ਸਿਰਫ ਕੋਵਿਡ ਕਵਰ ਕਰਦੀ ਹੈ, ਉਹ ਮੈਡੀਕਲ ਨਹੀਂ ਕਰਦੀ। ਔਰ ਜਿਹੜੀ ਗਵਰਨਮੈਂਟ ਦੀ ਨੋਟੀਫਿਕੇਸ਼ਨ ਹੈ ਉਹ ਕਹਿੰਦਾ ਹੈ ਕਿ ਇਟ ਸ਼ੁੱਡ ਬੀ ਅ ਮੈਡੀਕਲ ਇੰਸ਼ੋਰੈਂਸ ਆਫ ਦ ਵਰਕਰ। ਪਰ ਆਈ ਐਮ ਟਾਕਿੰਗ ਅਬਾਊਟ ਕੋਵਿਡ ਓਨਲੀ। ਸਰ ਕੋਵਿਡ ਮੈਡੀਕਲ ਵੀ ਕਰਦੀ ਹੈ ਜੀ। देयर आर ਇੰਸ਼ੋਰੈਂਸਿਸ ਜਿਹੜੇ 50,000 75,000 ਮੈਡੀਕਲ ਵੀ ਕਵਰ ਕਰਦੇ ਆ। ਆਈ ਹੈਵ ਐਨ ਇੰਸ਼ੋਰੈਂਸ ਜਿਹੜੇ ਕੀ ਕਰਦੀ ਹੈ ਇਦਾਂ।
ਚਲੋ ਕੋਈ ਗੱਲ ਨਹੀਂ, ਉਹ ਆਪਾਂ ਦੇਖ ਲਾਂਗੇ ਸਰ। ਠੀਕ ਹੈ, ਤੇ ਔਰ ਨੈਕਸਟ ਪੁਆਇੰਟ ਜੀ, ਇੰਸ਼ੋਰੈਂਸ ਤੋਂ ਇਲਾਵਾ ਹੋਰ ਪੁਆਇੰਟ ਜੀ ਕੋਈ? सर 96 नंबर। हेलो हाँ जी सर, हाँ जी प्लीज। हेलो हाँ जी सर प्लीज, गर्ग साहब बोलो जी प्लीज। हाँ जी सर, राजेश बोल रहे हैं जी 96 नंबर तो। जी 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 बोलो जी प्लीज। ਆਪਾਂ ਇੰਸ਼ੋਰੈਂਸ ਬੰਦਿਆਂ ਦੀ ਜਿਹੜੇ ਕਰਾਈਆਂ ਹੋਈਆਂ ਜੀ, ਜਿਹੜੇ ਬੰਦੇ ਆਪਾਂ ਨਾਮ ਦਿੱਤੇ ਹੋਏ ਟੈਕਸ ਤੇ ਉਹਨਾਂ ਦੇ ਵਿੱਚੋਂ ਕੁਝ ਬੰਦੇ ਆਂ ਜੀ। ਹੈਲੋ हाँ जी सर सुन रहे हैं। एक मिनट सर। 7 ਬੰਦਿਆਂ ਦੀ ਡੈਕਲੇਰੇਸ਼ਨ ਦਿੱਤੀ ਹੈ ਕਿ ਵੀ ਜਿਨ੍ਹਾਂ ਨੇ ਆਣਾ ਸੀ, ਲੇਕਿਨ ਉਹਨਾਂ ਚ 2 ਬੰਦੇ ਆ ਨਹੀਂ ਰਹੇ। ਤੁਸੀਂ ਕਿੱਦਾਂ ਦੂਸਰੇ ਬੰਦੇ ਬੁਲਾ ਸਕਦੇ ਆ ਫਿਰ? ਹੋਰ ਉਸ ਤਰ੍ਹਾਂ ਉਹਨਾਂ ਨੂੰ ਕਿੱਦਾਂ ਕਰੀਏ? ਨਹੀਂ ਸਰ, ਜਿਹੜੀ ਜਿਨ੍ਹਾਂ ਦੀ ਇੰਸ਼ੋਰੈਂਸ ਹੋਈ ਹੋਈ ਹੈ ਨਾ, ਉਹੀ ਆ ਸਕਦੇ ਨੇ, ਨੋਬਡੀ ਐਲਸ ਕੈਨ। ਨਹੀਂ, ਇਸ ਤਰ੍ਹਾਂ ਅਸੀਂ ਉਹਨਾਂ ਦੀ ਕਰਾ ਦਈਏ, ਬਟ ਉਹ ਡੈਕਲੇਰੇਸ਼ਨ ਦੇ ਵਿੱਚ ਉਹਨਾਂ ਦੇ ਨਾਮ ਨਹੀਂ ਹੈ, ਤਾਂ ਫਿਰ ਢੀਂਡਸਾ ਜੀ ਇਹਨਾਂ ਕੋਲ ਪੁੱਛੋ, ਉਹਨਾਂ ਨੇ ਗਰੁੱਪ ਇੰਸ਼ੋਰੈਂਸ ਕਰਾਈ ਹੈ, ਇੰਡੀਵਿਜੂਅਲ ਕਰਾਈ ਹੈ? ਇੰਡੀਵਿਜੂਅਲ ਇੰਸ਼ੋਰੈਂਸ ਕਰਵਾਈ ਹੈ ਜੀ। 7 ਬੰਦੇ ਤੁਹਾਨੂੰ ਗਰੁੱਪ ਕਰਾਣੀ ਚਾਹੀਦੀ ਸੀ। ਨਹੀਂ, ਇੰਸ਼ੋਰੈਂਸ ਅਸੀਂ ਚਲੋ ਕੱਲੇ ਬੰਦੇ ਦੀ ਹੋਰ ਕਰਾ ਦਾਂਗੇ, ਮਤਲਬ ਉਹਨਾਂ ਨੂੰ ਬੁਲਾ ਸਕਦੇ ਅਸੀਂ ਦੂਸਰੇ ਬੰਦਿਆਂ ਨੂੰ ਹੋਰਾਂ ਨੂੰ? ਨਹੀਂ ਸਰ, ਵਿਦਆਊਟ ਇੰਸ਼ੋਰੈਂਸ ਬੰਦਾ ਨਹੀਂ ਬੁਲਾ ਸਕਦੇ ਤੁਸੀਂ। ਇੰਸ਼ੋਰੈਂਸ ਕਰਵਾਉਣ ਤੋਂ ਬਾਅਦ? ਹਾਂਜੀ ਹਾਂ, ਇੰਸ਼ੋਰੈਂਸ ਤੁਸੀਂ ਜਿੱਦੀ ਮਰਜ਼ੀ ਕਰਵਾ ਲਓ। ਇੰਸ਼ੋਰੈਂਸ ਕਰਵਾਉਣ ਤੋਂ ਤਾਂ ਬੁਲਾ ਸਕਦੇ ਨਾ, ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੈ ਜੀ। ਸਰ ਇੰਸ਼ੋਰੈਂਸ ਕਰਾਉਣ ਤੋਂ ਬਾਅਦ ਤੁਸੀਂ ਬੁਲਾ ਸਕਦੇ ਹੋ, ਤੇ ਡੀਆਈਸੀ ਨੂੰ ਇਹ ਨੋਟੀਫਿਕੇਸ਼ਨ ਦੇਗੀ ਕਿ ਆ ਅਸੀਂ ਬੰਦੇ ਹੁਣ ਹੋਰ ਬੁਲਾ ਰਹੇ ਹਾਂ। ਜੇ ਨੋਟੀਫਿਕੇਸ਼ਨ ਦੁਬਾਰਾ ਦੇਣੀ ਪੈਣੀ ਆਪਾਂ ਨੂੰ ਜੀ? ਹਾਂ, ਉਹਨਾਂ ਨੂੰ ਨੋਟੀਫਿਕੇਸ਼ਨ ਨਹੀਂ, ਸੌਰੀ ਮੈਂ ਗਲਤ ਲਫ਼ਜ਼ ਵਰਤ ਗਿਆ, ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਪਏਗੀ। ਇਨਫੋਰਮੇਸ਼ਨ ਦੇਣੀ ਪਏਗੀ ਆਪਾਂ ਨੂੰ ਜੀ। ਠੀਕ ਹੈ ਜੀ ਜੀ ਸਰ, ਜੀ ਸਰ। ਦੁਬਾਰਾ ਇੰਟੀਮੇਸ਼ਨ ਕਰ ਸਕਦੇ ਹੋ, ਦੁਬਾਰਾ ਮੇਲ ਪਾਣੀ ਪੈਣੀ ਫਿਰ ਆਪਾਂ ਨੂੰ? ਹਾਂ, ਨੋ ਇਸ਼ੂ ਸਰ, ਬਿਲਕੁਲ ਕਰ ਸਕਦੇ ਹੋ ਤੁਸੀਂ, ਬਿਲਕੁਲ ਕਰ ਸਕਦੇ ਹੋ। ਉਹਦੇ ਚ ਇਹ ਵੀ ਕਹਿ ਸਕਦੇ ਹੋ ਤੁਸੀਂ ਵੀ ਆਹ ਬੰਦੇ ਅਸੀਂ ਰਿਮੂਵ ਕਰਤੇ ਆਪਣੇ ਸਟਾਫ ਚੋਂ। ਹਾਂਜੀ ਸਰ, ਹਾਂਜੀ ਤੇ ਆਪਾਂ ਪੁਆਇੰਟਸ ਤੇ ਡਿਸਕਸ਼ਨ ਕਰ ਰਹੇ ਸੀਗੇ ਸਰ, ਹੋਰ ਗੱਲਬਾਤ ਕੋਈ? ਹਾਂਜੀ ਜਸਵਿੰਦਰ ਜੀ, ਤੁਸੀਂ ਦੱਸੋ ਕੋਈ ਸੁਜੈਸ਼ਨ? ਸਰ ਲੌਜਿਸਟਿਕਸ ਦੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਕਿਸੇ ਨੂੰ? ਹਾਂਜੀ, ਲੌਜਿਸਟਿਕ ਦੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਜੀ? ਨਹੀਂ ਲੌਜਿਸਟਿਕ ਦਾ ਬਾਹਰੋਂ ਤਾਂ ਕੋਈ ਮਟੀਰੀਅਲ ਆ ਹੀ ਨਹੀਂ ਰਿਹਾ ਨਾ ਜੀ। ਸਰ ਐਜ਼ ਪਰ ਆਰਡਰਸ ਜਿਹੜੇ ਲੌਜਿਸਟਿਕਸ ਨੇ ਇਹ ਅਲਾਉ ਕੀਤੇ ਹੋਏ ਨੇ ਗਵਰਨਮੈਂਟ ਨੇ। ਜੇ ਪ੍ਰੋਬਲਮ ਆ ਰਹੀ ਹੈ ਤਾਂ ਉਹ ਤੁਸੀਂ ਆਪਾਂ ਉਹ ਪੁਆਇੰਟ ਆਪਾਂ ਲੈ ਲੈਣੇ ਆ ਵੀ ਸਰ ਸਾਨੂੰ ਲੌਜਿਸਟਿਕਸ ਦੀ ਪ੍ਰੋਬਲਮ ਆ ਰਹੀ ਹੈ ਡੀਸੀ ਸਾਹਿਬ ਨਾਲ। ਅਰੇ ਟ੍ਰਾਂਸਪੋਰਟੇਸ਼ਨ ਤਾਂ ਅਜੇ ਸਟਾਰਟ ਹੀ ਨਹੀਂ ਹੋਈ। नहीं होगी जी सर। नहीं सर, ट्रांसपोर्ट स्टार्ट हो गए, लेकिन 26 सेक्टर ਜਿਹੜਾ ਹੈਗਾ, जो 26 सेक्टर ट्रांसपोर्ट एरिया वो सील होया है। अदरवाइज ਜਿਹੜੀ ਇੱਥੇ ਲੋਕਲ ਮੁਹੱਲੇ ਦੀ ਟਰਾਂਸਪੋਰਟ ਹੈ, ਦੇ ਆਰ ਬੁਕਿੰਗ, ਮੈਂ ਮਾਲ ਭੇਜ ਬੈਠਾ ਹੈਗਾ। ਓਕੇ, ਨਹੀਂ ਪਰ ਜਿਹੜਾ ਹੁਣ ਅਸੀਂ ਜਿਵੇਂ ਹੁਣ ਛੋਟੇ ਹਾਥੀ ਤੇ ਭੇਜਦੇ ਆ ਲੋਕਲ ਪੰਜਾਬ ਦੇ ਵਿੱਚ, ਲੁਧਿਆਣਾ, ਜਲੰਧਰ, sir yes, it is allowed between 7 AM to 7 PM। ਇਹ ਸਾਰੇ ਜਾਣੇ ਸੁਣ ਲਓ ਸਰ ਕਿ 7 ਵਜੇ ਤੋਂ ਸਵੇਰੇ ਤੋਂ ਲੈ ਕੇ 7 ਵਜੇ ਸ਼ਾਮ ਤੱਕ ਤੁਸੀਂ ਆਪਣੇ ਕਿਤੇ ਵੀ ਭੇਜ ਸਕਦੇ ਹੋ ਸਮਾਨ, ਕੋਈ ਇਸ਼ੂ ਨਹੀਂ ਹੈਗਾ। Any permission required? In state no permission required from 7 AM to 7 PM। ਮਾਲ ਵਾਸਤੇ, ਸਿਰਫ ਮਾਲ ਵਾਸਤੇ। ਠੀਕ ਹੈ ਜੀ। ਔਰ ਜਿਹੜਾ ਇੰਟਰਸਟੇਟ ਦਾ ਮਾਲ ਹੈਗਾ ਤੁਹਾਡਾ, ਇਹ ਇੰਟਰਸਟੇਟ ਦੀ ਮੈਂ ਗੱਲ ਕੀਤੀ ਹੈ, ਇੰਟਰਸਟੇਟ ਜਿਹੜਾ ਮਾਲ ਹੈਗਾ ਤੁਹਾਡਾ, ਉਸ ਵਾਸਤੇ ਜਿਹੜਾ ਡਰਾਈਵਰ ਹੈਗਾ ਉਹ ਟਰਾਂਸਪੋਰਟੇਸ਼ਨ ਟਰੱਕਸ ਅਲਾਉ ਕੀਤੇ ਨੇ। ਅਗਰ ਤੁਸੀਂ ਆਪਣੀ ਵਹੀਕਲ ਲੈ ਕੇ ਜਾਂਦੇ ਹੋ ਤਾਂ 14 ਤੁਸੀਂ ਜਦੋਂ ਜਾਣਾ ਹੈ ਉੱਥੋਂ ਆ ਕੇ ਵਾਪਸ 14 ਦਿਨ ਕੁਆਰੰਟਾਈਨ ਚ ਰਹੋਗੇ। ਇੰਟਰਸਟੇਟ ਦਾ ਇਹ ਰਿਸਟ੍ਰਿਕਸ਼ਨ ਹੈ। ਇੰਟਰਸਟੇਟ ਕੋਈ ਪ੍ਰੋਬਲਮ ਨਹੀਂ। ਪੰਜਾਬ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਜਾਇਓ। ਠੀਕ ਹੈ ਸਰ, ਥੈਂਕ ਯੂ। ਔਰ ਲੇਕਿਨ ਇੰਨਾ ਜ਼ਰੂਰ ਹੈ ਕਿ ਐਦਾਂ ਨਹੀਂ ਜਾਣਾ ਹੈਗਾ। ਜਾਣਾ ਹੈ, ਜੇ ਕੋਈ ਕੰਮ ਹੈਗਾ ਉਹ ਹੋਣਾ ਚਾਹੀਦਾ ਤੁਹਾਡੇ ਕੋਲ, ਔਰ ਕੰਮ ਦਾ ਕੋਈ ਪ੍ਰੂਫ ਨਾਲ ਹੋਣਾ ਚਾਹੀਦਾ, ਕਿਉਂਕਿ ਤੁਹਾਨੂੰ ਬੈਰੀਕੇਡ ਜਿੱਥੇ ਲਗਾਏ ਹੋਏ ਨੇ ਪੁਲਿਸ ਨੇ, ਉਹ ਤੁਹਾਨੂੰ ਪੁੱਛ ਸਕਦੇ ਆ ਵੀ ਕੀ ਕੰਮ ਜਾ ਰਹੇ ਹੋ, ਤੁਹਾਡੇ ਕੋਲ ਕੰਮ ਦਾ ਕੋਈ ਸਬੂਤ ਹੈਗਾ? ਮਤਲਬ ਪਰਪਸਲੀ ਜਾਣਾ ਹੈ, ਅਨਪਰਪਸਲੀ ਨਹੀਂ। ਨਹੀਂ, ਉਹ ਤਾਂ ਆਪਣੇ ਆਪ ਨੂੰ ਪ੍ਰੋਬਲਮ ਚ ਪਾਉਣ ਵਾਲੀ ਗੱਲ ਹੈ। ਔਰ ਦੂਜੀ ਗੱਲ ਹੈਗੀ ਹੈ ਜੀ ਕਿ ਡੀ ਸਾਹਿਬ ਨਾਲ ਗੱਲ ਹੋਈ ਸੀ ਕਿ ਇੰਟਰਸਟੇਟ ਵਾਸਤੇ ਮੈਂ ਕਿਹਾ ਜੀ ਹੁਣ ਕਈ ਬੰਦਿਆਂ ਦੇ ਪ੍ਰੋਬਲਮ ਆਉਂਦੀ ਹੈ, ਉਹਨਾਂ ਨੂੰ ਜਾਣਾ ਹੀ ਪੈਂਦਾ ਹੈ।
ਕਹਿੰਦੇ ਫਿਰ ਉਹ 14 ਦਿਨ ਦਾ ਕੁਆਰੰਟਾਈਨ ਉਹ ਕਰ ਲੈਣ ਤੇ ਨਾਲੇ ਕਹਿੰਦੇ ਇਹ ਮਤਲਬ ਤੁਸੀਂ ਆਪਣੀ ਐਸੋਸੀਏਸ਼ਨ ਦੇ ਵਿੱਚ ਉਹਨੂੰ ਪਹਿਲਾਂ ਬੁਲਾ ਕੇ ਗੱਲ ਕਰ ਲਓ ਔਰ ਉਹਦੀ ਰਿਕੁਐਸਟ ਥਰੂ ਐਸੋਸੀਏਸ਼ਨ ਮੈਨੂੰ ਭੇਜ ਦਿਓ ਤੇ ਮੈਂ ਉਹਦਾ ਪਾਸ ਇੰਟਰਸਟੇਟ ਪਾਸ ਬਣਾ ਦਾਂਗਾ। But rest assured, he will be in quarantine after coming back from that particular state. ਦਿੱਲੀ ਦਾ ਉਹਨਾਂ ਨੇ ਸਪੈਸ਼ਲੀ ਦਿੱਤਾ ਸੀਗਾ ਕਿ ਜੋ ਦਿੱਲੀ ਤੋਂ ਅਗਰ ਤੁਸੀਂ ਆਪਣੀ ਗੱਡੀ ਲੈ ਕੇ ਆਉਂਦੇ ਹੈਗੇ ਹੋ ਤੇ ਤੁਹਾਡਾ ਪਾਸ ਮੈਂ ਬਣਾ ਦਾਂਗਾ, ਲੇਕਿਨ ਆਉਣ ਦੇ ਉੱਤੇ ਤੁਹਾਨੂੰ ਇੱਥੇ ਕੁਆਰੰਟਾਈਨ ਹੋਣਾ ਪਏਗਾ, ਸੈਲਫ ਕੁਆਰੰਟਾਈਨ। ਦਿੱਲੀ, ਹਿਮਾਚਲ ਕਿਤੇ ਵੀ ਹੈ ਜੀ, ਹਿਮਾਚਲ ਨੇ ਸਾਨੂੰ ਹਲੇ ਬੱਦੀ ਵਾਸਤੇ ਵੀ ਅਲਾਉ ਨਹੀਂ ਕੀਤਾ ਆਪਣੇ ਸ਼ਹਿਰ ਨੂੰ, ਇਮੇਜਿਨ ਕਰ ਲਓ। ਹਾਂ, J&K ਵੀ, ਈਵਨ J&K ਬੱਦੀ ਇਹ ਅਲਾਉਡ ਨਹੀਂ। ਐਕਸਕਿਊਜ਼ ਮੀ। ਹਾਂਜੀ ਸਰ ਪਲੀਜ਼। ਸਰ ਮੋਹਾਲੀ ਆਪਣੇ 9 ਫੇਸ ਤੋਂ ਐਵਰੀ ਵੀਕ ਦਿੱਲੀ ਜਾਂਦੀ ਹੈ ਗੱਡੀ, ਇੱਕੋ ਗੱਡੀ ਜਾਂਦੀ ਹੈ, ਇੱਕੋ ਡਰਾਈਵਰ ਜਾਂਦਾ। ਜੀ ਸਰ। ਉਹਦੇ ਤੇ ਇਹ ਲਾਗੂ ਨਹੀਂ ਹੁੰਦਾ ਕਿ ਐਸੈਂਸ਼ੀਅਲ ਸਰਵਿਸਿਜ਼ ਹੈਗੀਆਂ? ਸਰ ਉਹ ਟਰਾਂਸਪੋਰਟ ਦਾ ਹੈ ਨਾ ਜੀ, ਉਹਦੇ ਤੇ ਨਹੀਂ ਜੀ ਨਹੀਂ, ਛੋਟਾ ਹਾਥੀ ਹੈ ਜੀ, 4 ਵੀਲਰ ਉਹਦੇ ਨਹੀਂ ਸਰ, ਉਹਦੇ ਤੇ ਲਾਗੂ ਨਹੀਂ ਹੈ ਇਹ ਚੀਜ਼, ਕਿਉਂਕਿ ਉਸ ਬੰਦੇ ਨੇ ਕਮਿਊਨਿਟੀ ਚ ਆ ਕੇ ਮਿਕਸ ਨਹੀਂ ਹੋਣਾ, ਉਹਨੇ ਟਰਾਂਸਪੋਰਟ ਚ ਰਹਿਣਾ ਹੈ। ਉਹਨੇ ਮਾਲ ਛੱਡ ਕੇ ਵਾਪਸ ਆ ਜਾਣਾ ਹੈਗਾ। ਹਾਂਜੀ, ਮਾਲ ਛੱਡ ਕੇ ਜਾਣਾ, ਮਾਲ ਛੱਡ ਕੇ ਫਿਰ ਆਪਣੇ ਮਾਲ ਤੇ ਹੀ ਰਹਿਣਾ ਉਹਨੇ। ਟਰਾਂਸਪੋਰਟੇਸ਼ਨ ਦੇ ਵਿੱਚ ਅਲਾਉਡ ਹੈ ਸਰ। मतलब ट्रांसपोर्टेशन तो अलावा अगर कोई जाएगा तो वो 14 दिन बंद रहेगा? यस सर, वो 14 दिन बंद रहेगा। कमर्शियल गड्डियां विद माल that is allowed, otherwise you will be in quarantine. Thank you sir, thank you. ਕਮਰਸ਼ੀਅਲ ਗੱਡੀਆਂ ਖਾਲੀ ਵੀ ਅਲਾਉਡ ਹੈਗੀਆਂ ਜਿਹੜੀਆਂ ਮਾਲ ਛੱਡ ਕੇ ਆ ਰਹੀਆਂ ਜਾਂ ਛੱਡਣ ਲੈਣ ਜਾ ਰਹੀਆਂ ਵੀ ਅਲਾਉਡ ਹੈ। ਨਹੀਂ ਬਸ ਕਲੀਅਰ ਹੋ ਗਿਆ ਸਰ, ਇਹ ਪੁਆਇੰਟ ਮੈਨੂੰ ਕਲੀਅਰ ਨਹੀਂ ਸੀਗਾ। ਥੈਂਕ ਯੂ। ਇਹ ਸਰ ਦਿੱਲੀ ਵਾਸਤੇ ਅਸੀਂ ਸਪੈਸ਼ਲੀ ਪੁੱਛਿਆ ਸੀ ਕਿ ਕੋਈ ਬੰਦਾ ਆਪਣੀ ਗੱਡੀ ਲੈ ਕੇ ਜਾਣਾ ਚਾਹੁੰਦਾ ਹੈਗਾ ਰॉ ਮਟੀਰੀਅਲ ਲੈਣ ਲਈ, ਤੇ ਸਪੈਸ਼ਲੀ ਦਿੱਲੀ ਵਾਸਤੇ ਉਹਨਾਂ ਨੇ ਕਿਹਾ ਕਿ ਦਿੱਲੀ ਨੇ ਸਾਨੂੰ ਅਲਾਉ ਨਹੀਂ ਕੀਤਾ ਹੈਗਾ, ਉਹ ਉੱਥੇ ਹੀ ਰੋਕ ਦੇਣਗੇ, ਤੁਹਾਨੂੰ ਮਟੀਰੀਅਲ ਲੈ ਕੇ ਜਦ ਤੁਸੀਂ ਵਾਪਸ ਆਓਗੇ ਤੁਹਾਨੂੰ ਕੁਆਰੰਟਾਈਨ ਹੋਣਾ ਪਏਗਾ ਔਰ ਪਾਸ ਲੈ ਕੇ ਜਾਣਾ ਪਏਗਾ। ਬਾਕੀ ਜਗ੍ਹਾ ਜਾ ਸਕਦਾ। ਔਰ ਦੂਜੀ ਗੱਲ ਇਹ ਹੈਗੀ ਹੈ ਜੀ ਕਿ ਜਦੋਂ ਜਾਣਾ ਹੈ ਉਦੋਂ ਵੀ ਮੈਡੀਕਲ ਬਣਾ ਕੇ ਇਹਨਾਂ ਕੋਲੋਂ ਲੈ ਕੇ ਜਾਣਾ ਪੈਣਾ ਜੀ ਐਡਮਿਨਿਸਟ੍ਰੇਸ਼ਨ ਤੋਂ, ਦਿੱਲੀ ਐਂਟਰ ਕਰਨ ਵਾਸਤੇ। ਜੀ ਸਰ, ਉਹ ਉੱਥੇ ਚੈੱਕ ਕਰਨਗੇ ਵੀ ਹਾਂ ਵੀ ਤੁਹਾਨੂੰ ਦਿੱਤਾ ਹੋਇਆ। ਇੱਥੇ ਦਾ ਡੀਸੀ ਉੱਥੇ ਦੇ ਡੀਸੀ ਨਾਲ ਕਮਿਊਨੀਕੇਟ ਕਰੇਗਾ ਕਿ ਫਲਾਣਾ ਬੰਦਾ ਮੈਂ ਭੇਜ ਰਿਹਾ ਤੇ ਇਹਦਾ ਮੈਡੀਕਲ ਰਿਪੋਰਟ ਹੋ ਚੁੱਕੀ ਹੈ, ਇਹ ਨੈਗੇਟਿਵ ਹੈਗਾ ਤੇ ਐਂਡ ਆਲ ਦੋਸ ਜੋ ਵੀ ਹੈਗਾ ਉਹ ਹੋ ਜਾਏਗਾ। ਉਹ ਪੋਸੀਬਲ ਹੈਗਾ ਲੇਕਿਨ ਫਾਰਮੈਲਿਟੀਜ਼ ਵੀ ਨਾਲ ਨੇ। ਠੀਕ ਹੈ ਸਰ, ਠੀਕ ਹੈ। तो पार्ट फ्रॉम दिल्ली जा सकता है? ਇਹ ਦੱਸੋ ਕਿੱਥੇ ਜਾਣਾ ਸਰ? ਹੋਰ अंदर या अम्बाला या अंदर कार जाना है? कार सर अंबाले ਤੁਸੀਂ ਉਹੀ ਅੰਬਾਲੇ ਦੀ ਵੀ ਸਰ ਉਹੀ ਸੇਮ ਕੰਡੀਸ਼ਨ ਹੈਗੀ ਹੈ। ਜਿਹੜੇ ਇੰਟਰਸਟੇਟ ਦਾ ਇਸ਼ੂ ਹੈਗਾ ਸਾਰੀ ਜਗ੍ਹਾ ਸੇਮ ਹੀ ਹੈ ਸਰ, ਚਾਹੇ ਹਿਮਾਚਲ ਹੈ, ਚਾਹੇ ਹਰਿਆਣਾ, ਦਿੱਲੀ, ਕਿਤੇ ਵੀ ਹੈ। ਹਾਂਜੀ ਸਰ। ਹਾਂਜੀ दारू सर। हेलो। ਹਾਂਜੀ सुन रहे हैं सर। हेलो। ਹਾਂਜੀ लिसनिंग। हेलो मठारू साहब बोलो। हिसार ਦਾ ਪੁੱਛ ਰਿਹਾ, ਅਗਰ ਹਿਸਾਰ ਕੋਈ ਸਟਾਕ ਜਾਣਾ ਹੈ ਕਿਸ ਤਰ੍ਹਾਂ ਜਾਏਗਾ? ਸੇਮ ਸਰ, ਸੇਮ ਵੇ। ਤੁਸੀਂ ਸਟਾਕ ਭੇਜਣਾ ਹੈ ਤਾਂ ਤੁਸੀਂ ਟਰਾਂਸਪੋਰਟ ਤੇ ਭੇਜੋ, ਤੁਸੀਂ ਕਮਰਸ਼ੀਅਲ ਵਹੀਕਲ ਤੇ ਭੇਜੋ, ਕੋਈ ਇਸ਼ੂ ਨਹੀਂ ਹੈ। ਜੇ ਤੁਸੀਂ ਜਾਓਗੇ ਤਾਂ ਤੁਸੀਂ ਕੁਆਰੰਟਾਈਨ ਚ ਹੋਵੋਗੇ। नहीं ट्रक का तो यूनियन तो मिल जाएगा? बिल्कुल मिल जाएगा सर। ओके ठीक है, दैट्स फाइन, ठीक है, थैंक यू। एनीथिंग एल्स सर? सर जिदा ਹੁਣ ਪਾਸ ਨਹੀਂ ਮਿਲਿਆ ਫੈਕਟਰੀ ਚਲਾਉਣ ਲਈ। ਸਰ ਪਾਸ ਕਿਹੜਾ ਪਾਸ? ਫੈਕਟਰੀ ਚਲਾਉਣ ਲਈ ਅਪਲਾਈ ਕੀਤਾ ਸੀਗਾ। ਸਰ ਫੈਕਟਰੀ ਚਲਾਉਣ ਲਈ ਕੋਈ ਪਾਸ ਹੀ ਹੈ ਨਹੀਂ। ਤੁਹਾਨੂੰ ਕਿਹਨੇ ਕਿਹਾ ਕਿ ਪਾਸ ਚਾਹੀਦਾ ਹੈ? ਸਰ ਤੁਸੀਂ ਇੰਟੀਮੇਟ ਸਿੰਪਲ ਇੱਕ ਮਿੰਟ ਪੜੇ ਸਾਹਿਬ। ਸਰ ਸਿੰਪਲ ਇਨਸਟਰਕਸ਼ਨਸ ਨੇ ਡੀਸੀ ਸਾਹਿਬ ਦੀਆਂ ਕਿ ਤੁਸੀਂ ਇਨਫੋਰਮੇਸ਼ਨ ਦੇਣੀ ਹੈ ਡੀਆਈਸੀ ਆਫਿਸ ਨੂੰ, ਤੁਹਾਨੂੰ ਕੋਈ ਪਾਸ ਨਹੀਂ ਚਾਹੀਦਾ, ਕੋਈ ਤੁਹਾਨੂੰ ਪਰਮਿਸ਼ਨ ਨਹੀਂ ਚਾਹੀਦੀ ਖੋਲਣ ਵਾਸਤੇ। ਤੁਸੀਂ ਸਿਰਫ ਇੱਕ ਅੰਡਰਟੇਕਿੰਗ ਦੇਣੀ ਹੈ ਕਿ ਮੈਂ ਐਸਓਪੀਜ਼ ਮੈਂ ਫੋਲੋ ਕਰ ਰਿਹਾ ਤੇ ਮੈਂ ਫੈਕਟਰੀ ਖੋਲ ਰਿਹਾ। ਠੀਕ ਹੈ ਜੀ। ਤੇ ਔਰ ਤੁਸੀਂ ਆਣਾ ਜਾਣਾ, ਆਪਣੇ ਘਰੋਂ ਆਣਾ, ਫੈਕਟਰੀ ਜਾਣਾ ਹੈ, ਤੁਹਾਨੂੰ ਕੋਈ ਨਹੀਂ ਰੋਕੇਗਾ। ਤੁਸੀਂ ਆਪਣੇ ਵਰਕਰਸ ਨੂੰ ਆਇਡੈਂਟੀ ਕਾਰਡ ਦੇ ਦੇਣੇ ਆ, ਉਹਨਾਂ ਨੂੰ ਕੋਈ ਨਹੀਂ ਰੋਕੇਗਾ। ਹਾਂਜੀ ਫੈਕਟਰੀ ਵਾਸਤੇ ਜਾ ਰਹੇ, that itself is a pass from 7 AM to 7 PM। Okay sir,
जी सर। एनीथिंग एल्स सर? ਸਰ ਇੱਕ ਚੀਜ਼ ਹੋਰ ਕਲੀਅਰ ਕਰ ਦਿਓ ਸਾਰਿਆਂ ਨੂੰ ਵੀ 7 ਵਜੇ ਤੱਕ ਵਰਕਰ ਜਿਹੜੇ ਹੈਗੇ ਘਰ ਪਹੁੰਚਣੇ ਚਾਹੀਦੇ ਆ, ਕਿਤੇ 7 ਵਜੇ ਫੈਕਟਰੀ ਦੀ ਛੁੱਟੀ ਕਰ ਰਹੇ ਹੋਣ। हाँ बिल्कुल सर, मूवमेंट 7 तो 7 है सर, मूवमेंट सिर्फ 7 तो 7 होएगी। जी सर, एनी अदर पॉइंट सर? ਤੇ ਸਰ ਉਹ ਮੈਨੂੰ ਪਲੀਜ਼ ਪੁਆਇੰਟਸ ਜ਼ਰੂਰ ਭੇਜ ਦਿਓ, ਚਾਹੇ ਗਰੁੱਪ ਤੇ ਭੇਜ ਦਿਓ ਜਾਂ ਪਰਸਨਲ WhatsApp ਤੇ ਭੇਜ ਦਿਓ। ਪਾਟੇ ਸਾਹਿਬ ਕਿਸ ਤਰ੍ਹਾਂ ਕਰਨਾ, ਕਿੱਥੇ ਮੰਗਾਣੇ ਆ ਜੀ ਪੁਆਇੰਟਸ? ਸਰ ਐਸਾ ਹੈਗਾ, ਆਪਾਂ ਇੱਕ ਕੰਮ ਕਰਦੇ ਹੈਗੇ ਆ, ਆਪਾਂ ਇੱਕ ਇਨੀਸ਼ੀਅਲ 5-7 ਪੁਆਇੰਟ ਪਾ ਦਿੰਨੇ ਹੈਗੇ ਆ, ਉਹਦੇ ਉੱਤੇ ਦੀ ਹੋਰ ਉਹਦੇ ਉੱਤੇ ਮੰਗ ਲੈਣੇ ਸੇਮ ਉਹਦੇ ਵਿੱਚ ਹੀ ਆਨਸਰ। ਸਰ ਮੇਰਾ ਖਿਆਲ ਹੈ ਕਿ ਤੁਹਾਡੇ ਚਲੋ ਗਰੁੱਪ ਤੇ ਪਾ ਦਈਏ ਜੀ। ਹਾਂ ਗਰੁੱਪ ਤੇ ਪਾਓ ਸਰ, ਗਰੁੱਪ ਤੇ ਪਾਓ, ਲੈਟ ਐਵਰੀਬਾਡੀ ਨੋ। ਬਟ ਮੇਰੀ ਰਿਕੁਐਸਟ ਇਹ ਹੈਗੀ ਹੈ, ਗਰੁੱਪ ਤੇ ਉਹ ਪੁਆਇੰਟਸ ਦੇ ਉੱਤੇ ਕੋਈ ਡਿਸਕਸ਼ਨ ਨਾ ਕਰੇ। ਜਿਹਨੇ ਪੁਆਇੰਟ ਪਾਤਾ ਠੀਕ ਹੈ, ਪਾਤਾ, ਗਲਤ ਹੈ ਠੀਕ ਹੈ, ਉਹਨੂੰ ਕੋਈ ਐਂਬੀਗਿਊਟੀ ਹੈ ਉਸ ਪੁਆਇੰਟ ਦੇ ਉੱਤੇ ਪਲੀਜ਼ ਉਹਨੂੰ ਕਲੈਰੀਫਾਈ ਨਾ ਕਰਿਓ। ਉਹ ਪੁਆਇੰਟ ਨੂੰ ਐਜ਼ ਅ ਪੁਆਇੰਟ ਕੋਈ ਡਿਸਕਸ਼ਨ ਹੋਈ ਸ਼ੁਰੂ ਹੋ ਜਾਂਦੀ ਹੈ, ਉਹ ਡਿਸਕਸ਼ਨ ਫਿਰ ਉਹਨੂੰ ਲੈ ਕੇ ਮਾਈਂਡ ਕਰ ਦਿੰਦੀ ਹੈ। ਠੀਕ ਹੈ ਜੀ, ਉਹ ਪੁਆਇੰਟ ਸਿਰਫ ਆਪਣੇ ਤੁਸੀਂ ਪਾ ਦਿਓ, ਬਾਕੀ ਸੱਜਣਾਂ ਨੂੰ ਵੀ ਕਹਿ ਦਿਓ ਤੇ ਪੁਆਇੰਟ ਪਾ ਦੇਣ। ਔਰ ਕੋਈ ਜੇ ਹੋਰ ਪੁਆਇੰਟ ਹੈਗਾ ਤਾਂ ਠੀਕ ਹੈ, ਨਹੀਂ ਤਾਂ ਸਮ ਅਪ ਕਰੀਏ ਜੀ ਮੀਟਿੰਗ। ਜੀ ਜੀ ਨਹੀਂ ਸਰ, ਕੁਝ ਵੀ ਹੋ ਸਕਦਾ ਹੈ। हेलो सर। हाँ जी सर, प्लीज। हेलो। हाँ जी प्लीज। हाँ सॉरी सर, मैं थोड़ा सा लेट ज्वाइन किया था। मेरे को सर एक थोड़ा सा एक कंफ्यूजन था। जो हम लोगों ने अपने वर्कर्स का ESI करा रखा है, जो बेसिक ESI होता है, जो बेसिक वेजेस से कटिंग हो रही है, क्या इसके अलावा भी कोई हम लोगों को स्पेशल इंश्योरेंस कराना पड़ेगा उनका, या वो सेम जिसका जो ESI हमारा जा रहा है मंथली तो वो वैलिड है उसके लिए? नहीं और कुछ नहीं कराना जी, दैट इज इनफ। अगर सब दा होया थे जी सर। आपके वर्कर्स को कोई एक इंश्योरेंस चाहिए, दैट्स ऑल। ओके, अगर ESI है इट्स सेल्फ सफिशिएंट। थैंक यू सर। ठीक है सर, कोई और पॉइंट कवर? रजिंदर जी ਤੁਸੀਂ ਕੁਝ ਦੱਸਣਾ ਕਹਿਣਾ ਚਾਹੁੰਦੇ ਹੋ? ਨਹੀਂ, ਨਥਿੰਗ ਐਜ਼ एवरीथिंग हैज बीन डिस्कस्ड जी। ਮੇਨ ਤੇ SOPs ਨੂੰ ਫੋਲੋ ਕਰ ਰਹੀਆਂ ਹੈਗੀਆਂ। ਮੈਂ 5-7 ਯੂਨਿਟਸ ਅੱਜ ਵਿਜ਼ਿਟ ਕੀਤੇ ਸੀਗੇ ਤੇ ਮੈਂ ਦੇਖਿਆ ਕਿ ਬਈ ਕਿਸੇ ਨੇ ਕੁਝ ਨਹੀਂ ਲਾਇਆ ਹੋਇਆ, ਨਾ ਕੋਈ ਹੈਂਡ ਸੈਨੀਟਾਈਜ਼ਰ ਪਿਆ, ਨਾ ਸੋਪ ਪਿਆ, ਨਾ ਕੁਝ ਪਿਆ ਹੈਗਾ। ਕੋਈ ਇੱਕ ਸਟੈਂਡਰਡ ਫਾਰਮੈਟ ਬਣਾ ਕੇ ਸਰਕੂਲੇਟ ਕਰ ਦਿੱਤਾ ਜਾਵੇ ਕਿ ਵੀ ਇਹ ਇਸ ਤਰ੍ਹਾਂ ਕਰ ਦਿਓ। ਸਰ ਮੈਂ ਗਰੁੱਪ ਚ ਭੇਜਿਆ ਸੀਗਾ, ਉਹ ਮੈਂ ਦੁਬਾਰਾ ਭੇਜ ਦਿੰਦਾ ਸਰ। ਨਹੀਂ ਸਰ, ਉਹ ਫਾਰਮੈਟ ਤੁਹਾਡਾ ਆਇਆ ਹੋਇਆ ਹੈ ਢੀਂਡਸਾ ਜੀ। जी सर। सर that is basically not being followed anywhere. उसके लिए थोड़ा सा सर हम लोग मैं आज ना जी स्पेशली अपनी फैक्ट्री च सारा सिस्टम लवा रहा सीगा ते मैं गया कि भी मैं 5-6 फैक्ट्रियां च विजिट करके आवां जिन्हां तो मैं कुछ सामान लेना। मैं गेट से गया, गेट से देयर वाज नो अरेंजमेंट। मैं अंदर गया, देयर वाज नो सैनिटाइजर, देयर वाज नो सोप, बट पीपल वर वर्किंग इनसाइड द यूनिट्स। कल ਨੂੰ ਆਪਣਾ ਕੋਈ ਇੰਸਪੈਕਟਰ ਆ ਜਾਂਦਾ ਤੇ ਆਪਾਂ ਕਿੱਥੇ ਖੜੇ ਹਾਂ? ਠੀਕ ਕਹਿ ਰਹੇ ਹੋ ਪੜੇ ਸਾਹਿਬ। ਤੁਸੀਂ ਪਲੀਜ਼ ਇੱਕ ਨਾ WhatsApp ਦੇ ਉੱਤੇ ਮੈਸੇਜ ਪਾ ਦਿਓ ਕਿ ਵੀ ਆਪਣੀ ਇਹ ਚੀਜ਼ਾਂ ਫੋਲੋ ਕਰੋ। ਇਹਨਾਂ ਨੂੰ ਜਿਹੜੀ SOPs ਤੁਸੀਂ ਕਮਿਟ ਕੀਤੀਆਂ ਹੋਈਆਂ ਗਵਰਨਮੈਂਟ ਦੇ ਨਾਲ, ਇਹ ਨਾ ਹੋਵੇ ਕਿ ਕੱਲ ਨੂੰ ਹੁਣ ਆਪਾਂ ਬਫਰ ਪੀਰੀਅਡ ਤਾਂ DC ਸਾਹਿਬ ਨਾਲ ਜਦੋਂ ਆਪਾਂ ਗੱਲ ਕੀਤੀ ਸੀ ਉਹਨਾਂ ਨੇ ਕਹਿਤਾ ਸੀ ਦੇ ਦਾਂਗਾ, ਲੇਕਿਨ ਬਫਰ ਪੀਰੀਅਡ ਤੋਂ ਬਾਅਦ ਜੇ ਚੈਕਿੰਗ ਹੋ ਗਈ ਫਿਰ ਆਪਾਂ ਕਿਸੇ ਨੂੰ ਬਚਾ ਨਹੀਂ ਪਾਵਾਂਗੇ ਸਰ। ਬਿਲਕੁਲ, ਔਰ ਇਹ ਤਾਂ ਆਪਣੀ ਬਚਾਅ ਵਾਸਤੇ ਹੈ, ਇਹਦੀ ਮਾੜ ਕੀ ਹੈਗਾ, ਕਰਨਾ ਹੀ ਚਾਹੀਦਾ ਹੈ ਸਭ ਨੂੰ। ਹਾਂਜੀ ਲੇਕਿਨ ਇੱਕ ਵਾਰੀ WhatsApp ਤੇ ਇੱਕ ਵਾਰੀ ਪਾ ਦਿਓ ਸਾਰਿਆਂ ਨੂੰ। ਢੀਂਡਸਾ ਜੀ ਸਰ, ਢੀਂਡਸਾ ਜੀ ਮੈਂ ਨਾ ਇੱਕ ਸੈਂਪਲ ਰੈਡੀ ਕੀਤਾ ਹੈਗਾ ਆਪਣੀ ਇੱਥੇ 391 ਵਾਲੀ ਫੈਕਟਰੀ 'ਚ। ਜੀ ਸਰ। ਉਹਦੇ ਵਿੱਚ ਮੈਂ ਐਂਟਰੈਂਸ ਤੇ ਇੱਕ ਤਾਂ ਉਹ ਹਾਈਡਰੋਕਲੋਰਾਈਡ ਸਪਰੇ ਦਾ ਸਿਸਟਮ ਲਵਾਤਾ ਹੈ, ਥਰਮਲ ਇੰਸਟਰੂਮੈਂਟ ਲਵਾ ਦਿੱਤਾ ਹੈਗਾ। ਫਿਰ ਉਸ ਤੋਂ ਅੱਗੇ ਹੈਂਡ ਵਾਸ਼ ਦਾ ਸਟੇਸ਼ਨ ਬਣਵਾ ਦਿੱਤਾ ਤੇ ਹੈਂਡ ਸੈਨੀਟਾਈਜ਼ਰ ਲਵਾ ਦਿੱਤਾ ਹੈਗਾ। ਸਰ ਤੁਸੀਂ ਵੀਡੀਓ ਪਾ ਕੇ ਸਾਰੀ ਇਹ ਭੇਜੋ। ਤੇ ਇੱਕ ਜਿਹੜੀ ਤੁਸੀਂ ਉਹ ਫਾਰਮੈਟ ਭੇਜੀ ਹੈਗੀ ਹੈ ਕਿ ਵੀ ਆ ਮੈਂਡੇਟਰੀ ਜਿਹੜੀ ਤੁਸੀਂ ਐਡਵਾਈਜ਼ਰੀ ਲਾਣੀ ਹੈ ਜਿੱਥੇ ਹਸਪੀਟਲ ਦੇ ਸਾਰਾ ਐਡਰੈਸ ਹੈਗਾ। ਜੀ ਸਰ। ਜੇ ਤੁਸੀਂ ਸਵੇਰੇ ਆਉਂਦੇ ਹੋ ਇੱਕ ਵਾਰੀ ਦੇਖ ਲਓ, ਫਿਰ ਆਪਾਂ ਉਹਦੀ WhatsApp ਫੋਟੋਆਂ ਖਿੱਚ ਕੇ ਪਾ ਦੇਾਂਗੇ ਜਦੋਂ ਆਪਰੇਸ਼ਨਲ ਹੋ ਜਾਏਗਾ। ਕੱਲ ਸਵੇਰ ਤੋਂ ਸਾਰਾ ਸਿਸਟਮ ਆਪਰੇਸ਼ਨਲ ਹੋ ਜਾਏਗਾ। ਉਹ ਮੈਂ ਆ ਜਾਣਾ ਸਰ ਤੁਹਾਡੇ ਕੋਲ। ਤੇ ਇੱਕ ਰਿਕੁਐਸਟ ਸਾਰਿਆਂ ਨੂੰ ਹੋਰ ਹੈ ਸਰ, ਸੋਡੀਅਮ ਹਾਈਪੋਕਲੋਰਾਈਡ ਆਪਾਂ ਨੇ ਬੰਦਿਆਂ ਤੇ ਬਿਲਕੁਲ ਸਪਰੇ ਨਹੀਂ ਕਰਨੀ। ਇਹ ਗਵਰਨਮੈਂਟ ਆਫ ਇੰਡੀਆ ਨੇ ਹਿਊਮਨ ਸਪਰੇ ਰਿਸਟ੍ਰਿਕਟ ਕੀਤੀ ਹੈ। ਠੀਕ ਹੈ ਜੀ।
ਬੰਦਿਆਂ ਤੇ ਜਿਹੜੀ ਹੈਗੀ ਹੈ ਉਹ ਜਿਹੜੀ ਸਪਰੇਅ ਹੋ ਸਕਦੀ ਹੈ ਉਹ ਹੈਗੀ ਬੈਂਜ਼ੋਕਾਲ ਕੋਨੀਅਮ ਕਲੋਰਾਈਡ। ਅੱਛਾ ਜੀ, ਠੀਕ ਹੈ ਜੀ। ਤੇ ਸੋਡੀਅਮ ਹਾਈਪੋਕਲੋਰਾਈਡ ਹੈ ਜਿਹੜਾ ਇਹ ਆਪਾਂ ਨੇ ਬੰਦਿਆਂ ਤੇ ਨਹੀਂ ਸਪਰੇਅ ਕਰਨਾ, ਦੈਟ ਇਜ਼ ਇਨਸਟਰਕਸ਼ਨ ਫਰੋਮ ਗਵਰਨਮੈਂਟ। ਔਰ ਆਪਣੇ ਵਾਸਤੇ ਆਪਾਂ ਆਪਣੀਆਂ ਮਸ਼ੀਨਾਂ ਤੇ ਵੀ ਨਹੀਂ ਸਪਰੇਅ ਕਰਨਾ ਕਿਉਂਕਿ ਇਹ ਰਸਟਿੰਗ ਹੁੰਦਾ ਹੈ, ਇਹ ਰਸਟ ਲਗਾ ਦੇਗਾ, ਉਹਨਾਂ ਨੂੰ ਜੰਗ ਲਗਾ ਦੇਗਾ। ਸਰ ਮੈਂ ਇੱਕ ਸੀਰੀਅਸ ਸਟੇਟ ਕਰਨਾ ਚਾਹੁੰਦਾ ਹਾਂ ਜੀ ਸਰ। ਕੱਲ ਮੇਰੇ ਵੱਡੇ ਬ੍ਰਦਰ ਚੰਡੀਗੜ੍ਹ ਜਿਨ੍ਹਾਂ ਦੀ ਫੈਕਟਰੀ ਹੈ, ਜਸਦੀਪ ਦੇ ਡੈਡ 328 ਜਸਦੀਪ ਸਿੰਘ ਦੇ ਡੈਡ, ਉਹ ਦੱਸ ਰਹੇ ਸੀਗੇ ਕਿ ਜਦੋਂ ਸਾਡੇ ਡਰਾਈਵਰ ਨੇ ਜਿਹੜੀ ਕਮਰਸ਼ੀਅਲ ਵਾਹੀਕਲ ਹੈ ਉਹਦੇ ਉੱਤੇ ਸਪਰੇਅ ਕਰਤੀ ਹੈ, ਯੂ ਵਿਲ ਸਰਪ੍ਰਾਈਜ਼ ਟੂ ਨੋ ਕਿ ਉਹਦਾ ਸਾਰਾ ਪੇਂਟ ਉਤਰ ਗਿਆ। ਹਾਂਜੀ ਹਾਂਜੀ, ਦਿਸ ਪ੍ਰੋਬਲਮ ਇਜ਼ देयर ਸਰ। ਰਸਟਿੰਗ ਸਰ ਇਹ ਬੜਾ ਖਤਰਨਾਕ ਹੈ। ਮਟੀਰੀਅਲ ਤੇ ਆਪਣੇ ਜਾਂ ਮਸ਼ੀਨਰੀ ਤੇ ਜਾਂ ਆਪਣੇ ਗੇਟਸ ਵਗੈਰਾ ਤੇ ਸੋਚ ਕੇ ਕੀ ਕਰੋ ਹੀ ਨਾ ਸਪਰੇਅ ਸਰ। ਇਹਨੂੰ ਸਿਰਫ ਆਪਣੇ ਫਲੋਰ ਤੇ ਦੀਵਾਰਾਂ ਤੇ ਉੱਥੇ ਤੱਕ ਹੀ ਇਹਨੂੰ ਸੀਮਤ ਰੱਖੋ। ਵਾਲੇ ਸਾਹਿਬ ਬਿਲਕੁਲ ਠੀਕ ਕਹਿ ਰਹੇ ਨੇ ਇਹ ਗੱਲ। ਸਰ ਤੇ ਫਿਰ ਵਾਹੀਕਲਸ ਦੇ ਉੱਤੇ ਕੀ ਸਪਰੇਅ ਕਰੀਏ? ਜਿੱਦਾਂ ਹੁਣ ਵਾਹੀਕਲ ਸਮਾਨ ਲੈ ਕੇ ਆ ਰਹੇ ਨੇ ਜੀ, ਜਿਵੇਂ ਸ਼ੀਸ਼ੇ ਦੀਆਂ ਗੱਡੀਆਂ ਆ ਰਹੀਆਂ ਸਰ, ਡਾਇਲੂਟ ਕਰੋ ਸਰ, ਡਾਇਲੂਟ ਕਰੋ ਬਹੁਤ ਜ਼ਿਆਦਾ ਸਰ। 9 ਲੀਟਰ ਪਾਣੀ ਪਾ ਦਈਏ ਜੀ 1 ਲੀਟਰ ਚ। ਬਿਲਕੁਲ ਸਰ। ਇਹ ਤਾਂ ਹੁਣ ਸੋਡੀਅਮ ਹਾਈਪੋਕਲੋਰਾਈਡ ਤੁਸੀਂ ਕਿਹੜਾ ਲੈ ਕੇ ਆਏ ਹੋ? 1:9 ਵਾਲਾ ਲੈ ਆਏ ਹੋ, 1:5 ਵਾਲਾ ਲੈ ਆਏ ਹੋ, 1:1 10% ਵਾਲਾ ਲਿਆਂਦਾ ਜੀ। 10% ਇੱਕ ਹਿੱਸਾ ਪਾਣੀ ਦਾ, ਇੱਕ ਹਿੱਸਾ ਸੋਡੀਅਮ ਹਾਈਪੋਕਲੋਰਾਈਡ ਦਾ ਤੇ 10 ਹਿੱਸੇ ਪਾਣੀ ਦੇ ਸਰ। ਠੀਕ ਹੈ ਜੀ। ਤੇ ਲੇਕਿਨ ਅਵੋਇਡ ਇਟ, ਡੋਂਟ ਸਪਰੇ ਇਟ ਔਨ ਵਹੀਕਲਸ। ਔਰ ਕੁਝ ਨਹੀਂ, ਮੰਨ ਲਓ ਕੁਝ ਨਹੀਂ ਹੁੰਦਾ ਸਰ, ਕਿਤੇ ਨਹੀਂ ਕਰੋਨਾ ਚਿੰਬੜਦਾ ਮਾਲ ਨੂੰ, ਤੁਸੀਂ ਰਹਿਣ ਦੋ, ਉਹਨੂੰ ਪੰਗਾ ਨਾ ਲਿਓ, ਐਵੇਂ ਹੋਰ ਆਪਣਾ ਮਾਲ ਖਰਾਬ ਕਰ ਬੈਠੋ, ਰਸਟਿੰਗ ਕਰ ਦਿਓ। ਯੈਸ ਯੂ ਆਰ ਰਾਈਟ, ਐਬਸੋਲੂਟਲੀ ਰਾਈਟ। ਐਸਓਪੀ ਦੇ ਵਿੱਚ ਲਿਖਿਆ ਹੋਇਆ ਸਰ, ਜੇ ਕੋਈ ਵਹੀਕਲ ਕਰਾਉਣਾ ਸੀਗਾ ਜੀ, ਗੱਡੀ ਵਾਲੇ ਨੇ ਮਨਾ ਕਰ ਦਿੱਤਾ, ਕਹਿੰਦਾ ਸਰ ਇਹ ਦਵਾਈਆਂ ਨਾ ਮਾਰੋ, ਭਾਵੇਂ ਮੇਰੇ ਤੇ 2 ਲੀਟਰ ਐਲਕੋਹਲ ਛਿੜਕਵਾ ਦਿਓ ਮੇਰੀ ਗੱਡੀ ਤੇ। ਬਿਲਕੁਲ ਠੀਕ ਕਹਿ ਰਹੇ ਹੋ। ਨਹੀਂ, ਹੀ ਰਾਈਟ, ਹੀ ਇਜ਼ ਰਾਈਟ ਸਰ, ਹੀ ਇਜ਼ ਰਾਈਟ। ਉਹਨੇ ਨਾ ਜੀ ਮੇਰੇ ਕੋਲੋਂ ਸਰ ਐਸਓਪੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ ਕੋਈ ਗੱਡੀ ਆ ਰਹੀ ਹੈ ਸਪਰੇ ਹੋਣੀ ਹੈ। ਸਰ ਤੁਸੀਂ ਦੇਖ ਲਓ ਜੀ, ਮੇਰੀ ਤਾਂ ਐਡਵਾਈਸ ਇਹ ਹੈ ਕਿ ਗੱਡੀ ਤੇ ਨਾ ਬਿਲਕੁਲ ਸਰ, ਆਈ ਐਗਰੀ। ਉਹ ਮੇਰੀ ਆਪਦੀ ਗੱਡੀ ਹੈ ਸਰ, ਵਾਲੀਆ ਸਰ ਗੱਲ ਕਰ ਰਹੇ ਸੀਗੇ, ਪਰ ਮੈਂ ਜਸਟ ਉਦਾਂ ਦੱਸ ਰਿਹਾ ਜੀ ਕਿ ਐਸਓਪੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਗੱਡੀ ਸਪਰੇ ਕਰਨੀ ਹੈ, ਸੋ ਪ੍ਰੋਬਬਲੀ ਦੈਟ ਇਜ਼ ਵਾਈ ਪੀਪਲ ਆਰ ਸਪਰੇਇੰਗ ਇਟ ਔਨ ਦ ਕਾਰਸ। ਮੈਂ ਤਾਂ ਰਾਦਰ ਸਰ ਇੱਕ ਕੰਮ ਕਰਦੇ ਆ, ਟਾਇਲਟ ਵੀ ਜਿਹੜੇ ਹੈਗੇ ਆ ਸਰ ਉਹ ਤੇ ਸਪਰੇ ਕਰਕੇ ਮੈਂ ਬਾਅਦ ਚ ਪਾਣੀ ਕਰਵਾ ਰਿਹਾ, ਸੋ ਦੈਟ ਇਟ ਇਜ਼ ਨਾਟ ਹਾਰਮਫੁਲ ਟੂ ਦੀ ਇੰਡੀਵਿਜੂਅਲ ਐਜ਼ ਵੈਲ, ਜੇ ਕੋਈ ਬਾਈ ਚਾਂਸ ਨੂੰ ਟੱਚ ਵੀ ਕਰਦਾ। ਠੀਕ ਹੈ ਜੀ, ਏਦਾਂ ਕਰਦੇ ਆ। ਮੈਂ ਇਹ ਪੁਆਇੰਟ ਟੈਕਨੀਕੈਲਿਟੀ ਵੀ ਆਪਾਂ ਡੀਸੀ ਸਾਹਿਬ ਨਾਲ ਡਿਸਕਸ ਕਰ ਲੈਂਦੇ ਆ ਵੀ ਜਦੋਂ ਤੁਸੀਂ ਜਾਂ ਤਾਂ ਇਹਨੂੰ ਮੈਂਡੇਟਰੀ ਉਹਦੇ ਵਿੱਚੋਂ ਹਟਾ ਦਿਓ, ਜਾਂ ਸਾਨੂੰ ਕੋਈ ਸੋਲੂਸ਼ਨ ਐਸਾ ਦਿਓ ਵੀ ਜਿਹੜਾ ਅਸੀਂ ਸਪਰੇ ਕਰ ਸਕੀਏ ਸੋਡੀਅਮ ਹਾइपोक्लोराइड ਦਾ ਰਸटिंग है। सर इसमें जो पर्सन्स के ऊपर जो स्प्रे करना है उसके लिए भी सर एक बार डिस्कस कर लीजिएगा। पर्सन्स के ऊपर स्प्रे नहीं करना सर, कुछ भी सर। पर्सन्स के ऊपर स्प्रे करोगे तो डैमेजिंग है, वो गवर्नमेंट ऑफ इंडिया ने बैन कर दिया था। मैं और प्रधान जी गए सी हम वी वांटेड टू डोनेट टू एडमिनिस्ट्रेशन दिस स्प्रिंकलर for human spray, and Deputy Commissioner straightway said that Government of India has banned the spraying of any chemical on humans. ठीक है जी, सो ये पंगा ना लो, कल ਨੂੰ ਕਿਸੇ ਨੂੰ ਕੁਝ ਹੋ ਗਿਆ ਤਾਂ ਆਪਾਂ ਲੈਣੇ ਦੇਣੇ ਪੈ ਜਾਣਗੇ, ਮਸੀਂ ਤਾਂ ਫੈਕਟਰੀਆਂ ਖੋਲੀਆਂ। ਸਰ WHO ਦੀ ਇਨਸਟਰਕਸ਼ਨਸ ਹੈ ਕਿ ਜਿਹੜਾ ਇਹ ਅਸੀਂ ਹੈਂਡ ਸੈਨੀਟਾਈਜ਼ਰ ਯੂਜ਼ ਕਰਦੇ ਆ, ਇਹ ਬ੍ਰੇਨ ਦੇ ਉੱਤੇ ਇਫੈਕਟ ਕਰਦਾ ਹੈ, ਮਿਨੀਮਮ ਯੂਜ਼ ਕਰਨਾ ਇਹਨੂੰ। ਜੇ ਅਸੀਂ ਉੱਪਰ ਸਪਰੇ ਕਰਾਂਗੇ ਤਾਂ ਹੋ ਸਕਦਾ ਕਿਸੇ ਨੂੰ ਇਫੈਕਟ ਕਰ ਜੇ। ਬਿਲਕੁਲ ਸਰ, ਤੁਸੀਂ ਦੱਸਦਾ, ਮੈਂ ਡਰਾਉਣਾ ਨਹੀਂ ਸੀ ਚਾਹੁੰਦਾ, ਇਫੈਕਟ ਹੈ ਸਰ ਇਹ, ਤੇ ਠੀਕ ਕਹਿ ਰਹੇ ਨੇ ਵਾਲੇ ਸਾਹਿਬ। ਤੇ ਸਰ ਹੋਰ ਕੋਈ ਪੁਆਇੰਟਸ ਹੋਣ ਤਾਂ ਮੈਨੂੰ ਆਪਣੇ ਜਿਹੜਾ ਕਾਮਨ WhatsApp ਆਪਣਾ ਗਰੁੱਪ ਹੈਗਾ ਉਹਦੇ ਤੇ ਪਿਚਿੰਗ ਕਰ ਦਿਓ, ਔਰ ਸਮ ਅਪ ਕਰ ਲੈਣੇ ਆਪਾਂ ਨੇ ਡਿਸਾਈਡ ਕੀਤਾ ਹੈਗਾ 3000 ਰੁਪਏ ਹਰ ਵਰਕਰ ਨੂੰ ਆਪਾਂ ਨੇ ਦੇਣਾ ਜੀ ਪਾੜੇ ਸਾਹਿਬ। ਬਿਲਕੁਲ ਸਰ, ਬਿਲਕੁਲ ਠੀਕ ਹੈ ਜੀ। ਔਰ ਆਪਾਂ ਨੈਕਸਟ ਵੀਕ ਦੇ ਸਟਾਰਟਿੰਗ ਦੇ ਵਿੱਚ ਆਪਾਂ ਫਿਕਸ ਕਰ ਲਈਏ ਡੀਸੀ ਸਾਹਿਬ ਨਾਲ ਮੀਟਿੰਗ। ਠੀਕ ਹੈ ਸਰ। ਠੀਕ ਹੈ, ਔਰ ਸਾਰੇ ਸੱਜਣਾ ਦੇ ਜਿਹੜੇ ਪੁਆਇੰਟਸ ਹੈਗੇ ਨੇ ਉਹ ਸਰ ਕੱਲ ਜਾਂ ਪਰਸੋਂ ਹੱਦ ਤੱਕ ਪਹੁੰਚ ਜਾਣਗੇ। ਜੀ ਸਰ, ਠੀਕ ਹੈ, ਕਿਉਂਕਿ ਡੀਸੀ ਨੂੰ ਵੀ ਚਾਹੀਦਾ ਟਾਈਮ ਥੋੜਾ ਜਿਹਾ ਉਹਨਾਂ ਨੂੰ ਸਟੱਡੀ ਕਰਨ ਦਾ ਜਾਂ ਉਹਨਾਂ ਦਾ ਜਵਾਬ ਦੇਣ ਦਾ। ਥੈਂਕ ਯੂ ਵੈਰੀ ਮਚ ਸਰ, ਗॉड ਬlesਸ ਯੂ ਆਲ। ਥੈਂਕ ਯੂ ਸਰ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ, ਨਮਸਤੇ। ਜਾਣ ਤੋਂ ਪਹਿਲੇ ਸਰ ਤੁਹਾਨੂੰ ਦੱਸ ਦਵਾਂ, ਨਿਰਮਲਾ ਸੀਤਾਰਮਨ ਜੀ ਨੇ ਕਿਹਾ ਕਿ 3 ਲੱਖ ਕਰੋੜ ਦੇ MSME ਨੂੰ ਲੋਨ ਵਿਦਆਊਟ ਐਨੀ ਗਾਰੰਟੀ ਦਿੱਤੇ ਜਾਣਗੇ।
ਔਰ ਘੱਟ ਇੰਟਰਸਟ ਤੇ ਔਰ ਜੋ ਤੁਹਾਡੀ ਕਰੰਟ ਉਹ ਚੱਲ ਰਹੀ ਉਸ ਤੋਂ ਅਲੱਗ ਦਿੱਤੇ ਜਾਣ। ਸਰ ਇਹ ਬੜੀ ਡਰਾਮੇਬਾਜ਼ੀ ਹੈ ਸਰ, ਇਹੀ ਤਾਂ ਇਸ਼ੂ ਹੈ ਸਰ। ਇਹ ਜੇ ਗ੍ਰਾਂਟ ਇਨ ਏਡ ਦਿੰਦੇ ਜਾਂ ਇੰਟਰਸਟ ਫ੍ਰੀ ਲੋਨ ਦਿੰਦੇ ਫਿਰ ਤਾਂ ਗੱਲ ਸੀਗੀ। ਅੱਗੇ ਵੀ ਤਾਂ ਕੋਲੈਟਰਲ ਫ੍ਰੀ ਗਰੰਟੀ ਸਕੀਮ ਹੈਗੀ ਹੈ ਗਵਰਨਮੈਂਟ ਦੀ, ਉਹ ਕੋਲੈਟਰਲ ਫ੍ਰੀ ਗਰੰਟੀ ਸਕੀਮ ਦੇ ਅੰਡਰ ਮਿਲਦਾ ਕਿਹਨੂੰ ਹੈ ਜੀ? ਜਿਹੜਾ ਆਲਰੇਡੀ ਕਰੋੜਾਪਤੀ ਹੋਵੇ ਉਹਨੂੰ ਮਿਲ ਜਾਂਦਾ, ਦੂਜੇ ਵਿਚਾਰੇ ਨੂੰ ਤਾਂ ਮਿਲਦਾ ਨਹੀਂ ਜਿਹਨੂੰ ਲੋੜ ਹੈ। ਢੀਂਡਸਾ ਜੀ ਉਹ ਦਿੰਦੇ ਪਏ ਨੇ, ਪਹਿਲੇ 20% ਅਲਾਓ ਕੀਤਾ ਸੀਗਾ, ਫਿਰ 10% ਦੀਆਂ ਸੈਂਕਸ਼ਨ ਲੈਟਰਾਂ ਭੇਜਤੀਆਂ ਉਹਨਾਂ ਨੇ ਬੈਂਕਾਂ 'ਚ, ਪਰ ਉਹਦੇ ਤੇ ਕਾਗਜ਼ਾਂ ਦੀ ਫਾਰਮੈਲਿਟੀ ਬੜੀ ਹੈ। ਰੇਟ ਆਫ ਇੰਟਰਸਟ ਇਜ਼ 7.25% ਔਰ ਉਹਦਾ ਅਕਾਊਂਟ ਸੈਪਰੇਟ ਖੁੱਲ ਰਿਹਾ ਹੈਗਾ ਬੈਂਕਾਂ ਦੇ ਵਿੱਚ, that is repayable in 2 years and there is a moratorium of 6 months on that. You only have to pay interest at 7.25% and ਜਿਹੜਾ ਉਹ 20% ਜਾਂ 10% ਅਲਾਓ ਹੋ ਰਿਹਾ as per your performance of the account ਹੋ ਰਿਹਾ। ਸਰ ਆ ਜਿਹੜੀ ਆਹੀ ਅੰਡਰਲਾਈਨ ਵਰਡਿੰਗ ਹੈ ਨਾ ਜੀ, ਪਰਫਾਰਮੈਂਸ ਆਫ ਅਕਾਊਂਟਸ, ਉਹਦੇ ਕਰਕੇ ਅੱਧਿਆਂ ਦਾ ਤਾਂ ਉਹਨਾਂ ਨੇ 20 ਤੋਂ 10 ਕਰ ਦਿੱਤਾ ਤੇ ਅੱਧਿਆਂ ਤੋਂ ਕਾਗਜ਼ ਮੰਗ ਲਏ ਨੇ। ਸਰ ਇਹੀ ਗੱਲ ਹੈ ਨਾ ਜੀ, ਇਹੀ ਪ੍ਰੋਬਲਮਸ ਹੈ। ਇਹ ਚਲੋ ਆਪਾਂ ਕਾਹਨੂੰ ਕਮੈਂਟ ਅਪਨ ਕਰਨਾ ਗਵਰਨਮੈਂਟ ਦੀਆਂ ਗੱਲਾਂ ਤੇ, ਪਰ ਇਹ ਮਤਲਬ ਜਿਵੇਂ ਕਹ ਲਓ ਕੋਈ ਰਾਹਤ ਦੇਣ ਵਾਲੀ ਚੀਜ਼ ਨਹੀਂ ਹੈਗੀ। ਰਾਹਤ ਫਿਰ ਇਹ ਵੱਡੇ ਸਨਅਤਕਾਰਾਂ ਨੂੰ ਇਹ ਜਾਣੀ ਹੈ ਜੀ, ਵੱਡੇ ਇੰਡਸਟਰੀਸਟ ਨੂੰ। ਸਰ ਛੱਡੋ, ਤੁਸੀਂ ਕੰਕਲੂਡ ਕਰੋ, ਆਪਾਂ ਨੂੰ ਕੁਝ ਨਹੀਂ ਬੋਲਣਾ। ਠੀਕ ਹੈ ਸਰ, ਇਜਾਜ਼ਤ ਹੈ ਜੀ ਸਾਰਿਆਂ ਤੋਂ। ਓਕੇ ਜੀ, ਓਕੇ ਸਰ, ਪਰਮਾਤਮਾ ਖੈਰ ਕਰੇ ਸਭ ਦੀ ਜੀ। ਓਕੇ ਸਰ। ਕੋਈ ਜਿਹੜੇ ਆ